Hello, students. I am Manisha, your agriculture faculty. Welcome you all on our CBC online platform. Last time, guys, पटवारी एग्जाम 89 स्टूडेंट्स चों 72 स्टूडेंट्स ਦੀ ਸਿਲੈਕਸ਼ਨ ਹੋਈ ਆ ਜੋ ਇਸ ਟਾਈਮ ਐਜ਼ ਅ ਪਟਵਾਰੀ ਜੌਬ ਵੀ ਕਰ ਰਿਹਾ ਸੋ ਅੱਜ ਆਪਾਂ ਐਗਰੀਕਲਚਰ ਦੇ ਕੁਝ ਐਮਸੀਕਿਊਜ਼ ਡਿਟੇਲ ਵਾਈਜ਼ ਡਿਸਕਸ ਕਰਾਂਗੇ ਜੋ ਤੁਹਾਡੇ ਐਗਜ਼ਾਮ ਦੇ ਪੁਆਇੰਟ ਆਫ View ਨਾਲ ਬਹੁਤ ਇੰਪੋਰਟੈਂਟ ਰਹਿਣਗੇ ਓਕੇ ਸੋ ਬਿਫੋਰ ਵੀ ਸਟਾਰਟ ਦਾ ਸੈਸ਼ਨ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਆਪਣੇ ਫਰੈਂਡਸ ਨਾਲ ਸ਼ੇਅਰ ਕਰਨਾ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਅੱਜ ਦਾ ਸੈਸ਼ਨ ਕਿੱਦਾਂ ਲੱਗਿਆ ਅਗਰ ਤੁਸੀਂ ਆਨਲਾਈਨ ਸਟੱਡੀ ਮਟੀਰੀਅਲ ਜਾਂ ਮੌਕ ਟੈਸਟ ਸੀਰੀਜ਼ ਚਾਹੁੰਦੇ ਹੋ ਤਾਂ ਸਾਡੀ ਆਫੀਸ਼ੀਅਲ ਵੈਬਸਾਈਟ ਤੇ ਵਿਜ਼ਿਟ ਕਰੋ okay that is www.cbcexamguru.in. Now move to our session. As you see our Android app that is CBC Exam Guru ਤੁਸੀਂ ਉਹ ਡਾਊਨਲੋਡ ਕਰ ਲੈਣੀ ਆ ਐਂਡ ਉਹਦੇ ਤੇ ਵਿਜ਼ਿਟ ਕਰਨਾ ਹੈ ਸਟੋਰ ਦੇ ਉੱਪਰ ਸਟੋਰ ਤੇ ਬਹੁਤ ਸਾਰੇ ਮੌਕ ਟੈਸਟ ਸੀਰੀਜ਼ ਅਵੇਲੇਬਲ ਆ ਐਂਡ ਜਿਹੜੇ ਪਟਵਾਰੀ ਦੇ ਕ੍ਰੈਸ਼ ਕੋਰਸਿਸ ਅਵੇਲੇਬਲ ਆ ਤੁਸੀਂ ਉਹਨਾਂ ਨੂੰ ਅਨਰੋਲ ਕਰ ਸਕਦੇ ਹੋ ਐਂਡ ਫਰਦਰ ਜੋ ਹੈ ਕੰਟੈਕਟ ਨੰਬਰ ਆਲਸੋ ਮੈਂਸ਼ਨ ਦੈਟ ਇਜ਼ 7814109600 ਤੇ ਕੰਟੈਕਟ ਕਰਕੇ ਤੁਸੀਂ ਪ੍ਰੋਪਰ ਇਨਫੋਰਮੇਸ਼ਨ ਅਵੇਲ ਕਰ ਸਕਦੇ ਹੋ ਓਕੇ ਗਾਇਜ਼ ਐਜ਼ ਯੂ ਨੋ ਅਵਰ ਟੈਲੀਗ੍ਰਾਮ ਚੈਨਲ ਦੈਟ ਇਜ਼ CBC Exam Guru ਤੁਸੀਂ ਟੈਲੀਗ੍ਰਾਮ ਚੈਨਲ ਜੁਆਇਨ ਕਰ ਸਕਦੇ ਹੋ ਠੀਕ ਹੈ ਉੱਥੇ ਤੁਹਾਨੂੰ ਜਿਹੜੀ ਹੈ ਡੇਲੀ ਦੀਆਂ PDFs ਜਿਹੜਾ ਅਵੇਲੇਬਲ ਹੋ ਜਾਣਗੀਆਂ ਲਿੰਕ ਜੋ ਟੈਲੀਗ੍ਰਾਮ ਚੈਨਲ ਦਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਅਵੇਲੇਬਲ ਹੈ you must join the channel. So we move to our first question, that is the organic matter rich compost made by the use of earthworms. ਤੁਹਾਨੂੰ ਪਤਾ ਹੈ ਤੁਸੀਂ ਸੁਣਿਆ ਹੋਊਗਾ ਕੈਂਚੂਆ ਖਾਦ ਜਾਂ ਗੰਡੋਇਆ ਖਾਦ ਠੀਕ ਹੈ ਉਹਦੀ ਗੱਲ ਕੀਤੀ ਗਈ ਆ ਵੀ ਐਦਾਂ ਦੇ ਜਿਹੜੇ ਅਰਥਵਰਮਸ ਦਾ ਯੂਜ਼ ਕਰਕੇ ਗੰਡੋਏ ਯੂਜ਼ ਕਰਕੇ ਜਿਹੜੀ ਇੱਕ ਕੰਪੋਸਟ ਤਿਆਰ ਕੀਤੀ ਜਾਂਦੀ ਇੱਕ ਮਨਿਓਰ ਤਿਆਰ ਕੀਤੀ ਜਾਂਦੀ ਆ ਉਹ ਕਿਹੜੀ ਕੰਪੋਸਟ ਹੁੰਦੀ ਆ ਦੈਟ ਇਜ਼ ਵਰਮੀ ਕੰਪੋਸਟ ਓਕੇ ਅਲੱਗ-ਅਲੱਗ ਹੁੰਦੀ ਹੈ ਇੱਕ ਫਾਰਮਲੈਂਡ ਮਨਿਓਰ ਹੁੰਦੀ ਆ ਹੋਰ ਫਰਟੀਲਾਈਜ਼ਰ ਹੁੰਦੀ ਹੈ ਇੱਕ ਗੰਡੋਇਆ ਖਾਦ ਹੁੰਦੀ ਹੈ ਗੰਡੋਏ ਨੂੰ ਯੂਜ਼ ਕਰਕੇ ਜਿਹੜਾ ਹੈ ਆਪਣੀ ਕੰਪੋਸਟ ਬਣਾਈ ਜਾਂਦੀ ਹੈ ਦੈਟ ਇਜ਼ ਨੋਨ ਐਜ਼ ਗੰਡੋਇਆ ਖਾਦ ਦੈਟ ਇਜ਼ ਵਰਮੀ ਕੰਪੋਸਟ ਓਕੇ ਅਰਥਵਰਮਸ ਕਹਿੰਦੇ ਆ ਅਰਥਵਰਮਸ ਨੂੰ ਯੂਜ਼ ਕਰਕੇ ਜਿਹੜੀ ਖਾਦ ਤਿਆਰ ਕੀਤੀ ਜਾਂਦੀ ਹੈ ਦੈਟ ਇਜ਼ ਨੋਨ ਐਜ਼ ਵਰਮੀ ਕੰਪੋਸਟ ਓਕੇ ਇਹਨਾਂ ਦਾ ਪ੍ਰੋਪਰ ਜਿਹੜਾ ਹੈ ਇਹ ਜਿਹੜੇ ਗੰਡੋਏ ਹੁੰਦੇ ਆ ਉਹਨਾਂ ਦੀ ਡੀਕੰਪੋਜੀਸ਼ਨ ਕਰਦੇ ਆ ਜਿਹੜਾ ਵੀ ਆਪਾਂ ਮੈਟਰ ਜਿਹੜਾ ਹੈ ਕਾਊ ਡੰਗ ਹੈ ਸਾਰਾ ਕੁਝ ਆਪਾਂ ਲੀਟਰ ਪਾਇਆ ਤਾਂ ਉਹਨੂੰ ਡੀਕੰਪੋਜੀਸ਼ਨ ਕਰ ਕਰਕੇ ਇਹ ਜਿਹੜੇ ਹੈ ਗੰਡੋਏ ਆਪਣੀ ਖਾਦ ਤਿਆਰ ਕਰ ਦਿੰਦੇ ਆ ਦੈਟ ਇਜ਼ ਨੋਨ ਐਜ਼ ਵਰਮੀ ਕੰਪੋਸਟ ਓਕੇ ਨੈਕਸਟ a practice of turning undecomposed fresh green matter plant tissues into the soil to improve the fertility status and physical condition structure of the soil ਠੀਕ ਹੈ ਇੱਕ ਐਦਾਂ ਦਾ ਹੁੰਦਾ ਵੀ ਤੁਹਾਡਾ ਤੁਸੀਂ ਪਹਿਲਾਂ ਕੋਈ ਗਰੋ ਕਰਦੇ ਆ ਆਪਾਂ ਠੀਕ ਹੈ ਜਿਹੜੀਆਂ ਗ੍ਰੀਨ ਮੈਨਿਓਰਿੰਗ ਕ੍ਰੌਪਸ ਹੈ ਉਹ ਆਪਾਂ ਗਰੋ ਕੀਤੀ ਜੰਤਰ ਹੋ ਗਿਆ ਜਾਂ ਫਿਰ ਢਿੰਚਾ ਵਗੈਰਾ ਉਹ ਆਪਾਂ ਗਰੋ ਕੀਤੀ ਤੇ ਉਹ ਗਰੋ ਕਰਕੇ ਉਦੋਂ ਜਦੋਂ ਉਹਦਾ ਫਲਾਵਰਿੰਗ ਟਾਈਮ ਆ ਗਿਆ ਠੀਕ ਹੈ ਉਦੋਂ ਆਪਾਂ ਨੂੰ ਉਹਨਾਂ ਨੂੰ ਵੱਢ ਕੇ ਜ਼ਮੀਨ ਦੇ ਅੰਦਰ ਹੀ ਵਾਹ ਦਿੰਦੇ ਹਾਂ ਠੀਕ ਹੈ ਟਰਨਿੰਗ ਓਵਰ ਕਰ ਦਿੰਦੇ ਹਾਂ ਆਪਾਂ ਕਹਿ ਸਕਦੇ ਹਾਂ ਜ਼ਮੀਨ ਦੇ ਅੰਦਰ ਹੀ ਵਾਹ ਦਿੰਦੇ ਹਾਂ ਉੱਥੇ ਹੀ ਪੱਟ ਕੇ ਜਿਹੜੀ ਅਨਡੀਕੰਪੋਜ਼ਡ ਹੁੰਦੀ ਹੈ ਗ੍ਰੀਨ ਹੁੰਦੀ ਹੈ ਠੀਕ ਹੈ ਗ੍ਰੀਨ ਜਿਹੜਾ ਹੈ ਆਪਾਂ ਕਹਿ ਸਕਦੇ ਹਾਂ ਅਨਡੀਕੰਪੋਜ਼ ਗ੍ਰੀਨ ਪਲਾਂਟ ਮਟੀਰੀਅਲ ਹੀ ਹੋਊਗਾ ਕਿਉਂਕਿ ਕਰੋਪ ਖੜੀ ਹੋਊਗੀ ਤੁਸੀਂ ਕਰੋਪ ਖੜੀ ਨੂੰ ਉੱਥੇ ਹੀ ਵੱਢਿਆ ਜ਼ਮੀਨ ਦੇ ਅੰਦਰ ਹੀ ਵਾਹਤਾ ਇਹ ਕਿਉਂ ਵਾਹੁੰਦੇ ਆ ਜ਼ਮੀਨ ਦੇ ਅੰਦਰ ਤਾਂ ਕਿ ਉਹਦੀ ਜਿਹੜੀ ਹੈ ਆਪਣੀ ਜ਼ਮੀਨ ਦੀ ਆਪਣੀ ਸੋਇਲ ਦੀ ਜਿਹੜੀ ਹੈ ਨਿਊਟ੍ਰੀਐਂਟ ਸਟੇਟਸ ਇਨਕਰੀਜ਼ ਹੋ ਜਾਏ ਫਰਟੀਲਿਟੀ ਸਟੇਟਸ ਇਨਕਰੀਜ਼ ਹੋ ਜਾਏ ਆਪਣੀ ਸੋਇਲ ਦਾ ਫਿਜ਼ੀਕਲ ਸਟਰਕਚਰ ਇੰਪਰੂਵ ਹੋ ਜਾਏ ਠੀਕ ਹੈ ਨਿਊਟ੍ਰੀਐਂਟਸ ਦੇਣ ਵਾਸਤੇ ਸੋਇਲ ਨੂੰ ਇੱਦਾਂ ਦਾ ਕੀਤਾ ਜਾਂਦਾ ਕਿ ਪਹਿਲਾਂ ਉਹਨੂੰ ਗਰੋ ਕੀਤਾ ਜਾਂਦਾ ਕਰੋਪਸ ਨੂੰ ਫਿਰ ਬਾਅਦ 'ਚ ਉਹਨੂੰ ਪੱਟ ਕੇ ਜ਼ਮੀਨ ਦੇ ਅੰਦਰ ਹੀ ਵਾਹ ਦਿੰਦੇ ਆ ਠੀਕ ਹੈ ਦੈਟ ਆਰ ਨੋਨ ਐਜ਼ ਗ੍ਰੀਨ ਮੈਨਿਓਰਿੰਗ ਕ੍ਰੌਪਸ ਇਹ ਗ੍ਰੀਨ ਮੈਨਿਓਰਿੰਗ ਹੁੰਦੀ ਆ ਠੀਕ ਹੈ ਗ੍ਰੀਨ ਮੈਨਿਓਰਿੰਗ ਦਾ ਮਤਲਬ ਹੈ ਕਿ ਹਰੀ ਜਿਹੜੀ ਹੈ ਆਪਾਂ ਖਾਦ ਪਾਈ ਹੈ ਹਰੀ ਤੋਂ ਮਤਲਬ ਹੈ ਕਿ ਆਪਾਂ ਉੱਥੇ ਪਲਾਂਟਸ ਲਗਾ ਕੇ ਐਂਡ ਉਹ ਤੋਂ ਬਾਅਦ ਉਹਨੂੰ ਹੀ ਉਹਨਾਂ ਦੇ ਅੰਦਰ ਵਾਹਤਾ ਹਰੇ ਪਲਾਂਟਸ ਨੂੰ ਹੀ ਆਪਾਂ ਉਹਨਾਂ ਦੇ ਅੰਦਰ ਵਾਹਤਾ ਉਹਨਾਂ ਦੀ ਫਲਾਵਰਿੰਗ ਟਾਈਮ 'ਤੇ ਉਹਨਾਂ ਨੂੰ ਵਾਹ ਦਿੰਦੇ ਆ ਮੇਨਲੀ ਐਂਡ ਜਿਹੜਾ ਹੈ ਆਪਣਾ ਸੋਇਲ ਨੂੰ ਨਿਊਟ੍ਰੈਂਟਸ ਮਿਲ ਜਾਂਦੇ ਇੱਕ ਤਰ੍ਹਾਂ ਖਾਦ ਦਾ ਕੰਮ ਕਰਦੀ ਹੈ ਦੈਟ ਇਜ਼ ਗ੍ਰੀਨ ਮੈਨਿਓਰਿੰਗ ਓਕੇ ਗਾਈਜ਼ ਗ੍ਰੀਨ ਮੈਨਿਓਰਿੰਗ ਨੈਕਸਟ green manure crops are turned in the field at the stage of ਗ੍ਰੀਨ ਮੈਨਿਓਰ ਕ੍ਰੌਪਸ ਜਿਹੜੇ ਹੁੰਦੇ ਆ ਉਹ ਟਰਨ ਹੋ ਜਾਂਦੇ ਆ ਕਿਹੜੀ ਸਟੇਜ ਦੇ ਉੱਪਰ ਮਤਲਬ ਆਪਾਂ ਉਹਨਾਂ ਨੂੰ ਕਿਹੜੀ ਸਟੇਜ ਦੇ ਉੱਪਰ ਵਾਹਣਾ ਮੈਂ ਹੁਣੇ ਗੱਲ ਕੀਤੀ ਹੈ ਜਦੋਂ ਉਹਦੀ ਫਲਾਵਰਿੰਗ ਸਟੇਜ ਉਹਨਾਂ ਦਾ ਫੁੱਲ ਪੈਣਾ ਸ਼ੁਰੂ ਹੋ ਜਾਂਦਾ ਠੀਕ ਹੈ ਉਦੋਂ ਤੁਸੀਂ ਆ ਉਹਨੂੰ ਵਾਹਣਾ ਸ਼ੁਰੂ ਕਰ ਦਿਓ ਕਿਉਂਕਿ ਉਦੋਂ ਬਾਅਦ ਜਿਹੜਾ ਹੈ ਉਹ ਮੈਚੋਰਟੀ 'ਤੇ ਆ ਜੂਗੀ ਆਪਾਂ ਓਨਾ ਮੈਚਿਓਰ ਨਹੀਂ ਕਰਨਾ ਹੁੰਦਾ ਆਪਾਂ ਜਦੋਂ ਉਹਦਾ ਫੁੱਲ ਪਿਆ ਉਦੋਂ ਹੀ ਉਹਨੂੰ ਵਾਹ ਦੇਣਾ ਹੁੰਦਾ ਦੈਟ ਇਜ਼ ਫਲਾਵਰਿੰਗ
ਓਕੇ, ਉਹਦੀ ਫਲਾਵਰਿੰਗ ਸਟੇਜ ਦੇ ਉੱਪਰ ਹੀ ਉਹਨੂੰ ਆਪਾਂ ਵਾਹ ਦੇਣਾ। ਨੈਕਸਟ, ਗ੍ਰੀਨ ਮੈਨਿਓਰ ਕ੍ਰੌਪਸ ਕੰਟਰੀਬਿਊਟ ਨਾਈਟ੍ਰੋਜਨ ਰੇਂਜਿੰਗ ਫਰੋਮ, ਜਿਹੜੇ ਗ੍ਰੀਨ ਮੈਨਿਓਰ ਕ੍ਰੌਪਸ ਹੈ ਉਹ ਨਾਈਟ੍ਰੋਜਨ 'ਚ ਕੰਟਰੀਬਿਊਟ ਕਰਦੇ ਆ ਕਿੰਨਾ, 50 ਤੋਂ ਲੈ ਕੇ 175 ਕਿਲੋ ਪਰ ਹੈਕਟੇਅਰ ਜਿਹੜਾ ਹੈ ਦਿੰਦੇ ਆ। ਜਿਹੜੇ ਗ੍ਰੀਨ ਮੈਨਿਓਰ ਕ੍ਰੌਪਸ ਲਾਏ ਆ ਆਪਾਂ, ਗ੍ਰੀਨ ਮੈਨਿਓਰ ਕ੍ਰੌਪਸ ਤੁਹਾਨੂੰ ਪਤਾ ਲੱਗ ਗਿਆ ਨਾ, ਜਿਹੜੇ ਆਪਾਂ ਲਾ ਕੇ ਬਾਅਦ 'ਚ ਆਪਾਂ ਉਹਨੂੰ ਜ਼ਮੀਨ ਦੇ ਅੰਦਰ ਹੀ ਵਾਹ ਦਿੰਦੇ ਹਾਂ, ਦੈਟ ਆਰ ਨੋਨ ਐਜ਼ ਗ੍ਰੀਨ ਮੈਨਿਓਰ ਕ੍ਰੌਪਸ। ਔਰ ਇਹ ਨਾਈਟ੍ਰੋਜਨ ਦਿੰਦੇ ਆ, ਕਿੰਨੀ ਨਾਈਟ੍ਰੋਜਨ ਦਿੰਦੇ ਆ, 50 ਤੋਂ ਲੈ ਕੇ 175 ਕਿਲੋ ਇਹ ਦੇ ਸਕਦੇ ਆ ਨਾਈਟ੍ਰੋਜਨ ਪਰ ਹੈਕਟੇਅਰ। ਇਹ ਡਿਪੈਂਡ ਕਰਦਾ, ਵੈਰੀ ਕਰੂਗਾ ਕ੍ਰੌਪ ਟੂ ਕ੍ਰੌਪ, ਕਿਹੜੀ ਤੁਸੀਂ ਗ੍ਰੀਨ ਮੈਨਿਓਰਿੰਗ ਕ੍ਰੌਪ ਲਾਈ ਆ ਉਹਦੇ 'ਤੇ ਡਿਪੈਂਡ ਕਰੂਗਾ, ਉਸ ਦੇ ਅਕੋਰਡਿੰਗ ਜਿਹੜਾ ਨਾਈਟ੍ਰੋਜਨ ਸਟੇਟਸ ਵੈਰੀ ਕਰੂਗਾ। 50 ਤੋਂ ਲੈ ਕੇ 175 ਕਿਲੋ ਪਰ ਹੈਕਟੇਅਰ ਦੇਣ ਦੀ ਇਹਨਾਂ ਦੀ ਕੈਪੈਸਿਟੀ ਹੁੰਦੀ ਹੈ। ਓਕੇ, ਨਾਓ ਮੂਵ ਟੂ ਨੈਕਸਟ ਕੁਐਸਚਨ। The science of growing of fruits, vegetables, ornamental plants and preservation of food। ਇੱਕ ਇੱਦਾਂ ਦੀ ਸਾਇੰਸ, ਮਤਲਬ ਆਪਾਂ ਕਰ ਰਹੇ ਹਾਂ ਫਰੂਟਸ ਦੀ ਗੱਲ ਕਰ ਰਹੇ ਹਾਂ, ਵੈਜੀਟੇਬਲਸ ਦੀ ਗੱਲ ਕਰ ਰਹੇ ਹਾਂ, ਔਰਨਾਮੈਂਟਲ ਪਲਾਂਟਸ ਹੋ ਗਏ, ਮਤਲਬ ਫਲਾਵਰਸ ਵਗੈਰਾ ਵੀ ਆ ਗਏ ਵਿੱਚ ਹੀ, ਠੀਕ ਹੈ। ਅਤੇ ਪ੍ਰੀਜ਼ਰਵੇਸ਼ਨ ਆਫ ਫੂਡ, ਕਿ ਫੂਡ ਨੂੰ ਕਿਵੇਂ ਪ੍ਰੀਜ਼ਰਵ ਕਰਨਾ, ਜਿਹੜਾ ਫੂਡ ਨੂੰ ਕਿਵੇਂ ਕਿਸ ਤਰੀਕੇ ਨਾਲ ਪ੍ਰੀਜ਼ਰਵ ਕਰੀਏ। ਜਿਵੇਂ ਆਪਾਂ ਜਿਹੜਾ ਹੈ ਕਈ ਚੀਜ਼ਾਂ ਨੂੰ ਆਪਾਂ ਵਿੱਚ ਆਪਾਂ ਲਾਈਕ ਸਾਲਟ ਪਾਉਂਦੇ ਹਾਂ, ਜਿਵੇਂ ਅਚਾਰ ਹੋ ਗਿਆ, ਪਿਕਲਸ, ਉਹਨਾਂ ਦੇ ਵਿੱਚ ਆਪਾਂ ਐਜ਼ ਅ ਪ੍ਰੀਜ਼ਰਵੇਟਿਵ ਸਾਲਟ ਯੂਜ਼ ਕਰਦੇ ਹਾਂ। ਮੁਰੱਬਾ ਉਹਦੇ ਵਿੱਚ ਆਪਾਂ ਚਾਸ਼ਨੀ ਪਾਉਂਦੇ ਹਾਂ, ਮਤਲਬ ਐਜ਼ ਅ ਸ਼ੂਗਰ ਆਪਾਂ ਐਜ਼ ਅ ਪ੍ਰੀਜ਼ਰਵੇਟਿਵ ਯੂਜ਼ ਕਰਦੇ ਹਾਂ, ਠੀਕ ਹੈ। ਕਈਆਂ ਦੇ ਵਿੱਚ ਆਪਾਂ ਡੀਹਾਈਡਰੇਸ਼ਨ ਕਰਵਾਉਂਦੇ ਹਾਂ, ਜਿਵੇਂ ਅੰਗੂਰ ਵਗੈਰਾ, ਉਹਨਾਂ ਦੀ ਡੀਹਾਈਡਰੇਸ਼ਨ ਕਰਾਈ, ਮਤਲਬ ਉਹ 'ਚੋਂ ਪਾਣੀ ਕੱਢਤਾ, ਪਾਣੀ ਕੱਢ ਕੇ ਆਪਣੇ ਕੋਲ ਪ੍ਰੋਡਕਟ ਜਿਹੜਾ ਹੈ ਰੇਸਿਨਸ ਬਣ ਗਏ, ਕਿਸ਼ਮਿਸ਼ ਬਣ ਗਏ। ਤਾਂ ਇੱਦਾਂ ਦੇ ਜਿਹੜਾ ਹੁੰਦਾ ਇੱਕ ਪ੍ਰੀਜ਼ਰਵੇਸ਼ਨ ਦਾ ਤਰੀਕਾ ਹੈ ਕਿ ਅਲੱਗ-ਅਲੱਗ ਤਰੀਕੇ ਨਾਲ ਪ੍ਰੀਜ਼ਰਵ ਕੀਤਾ ਜਾਂਦਾ, ਕਿਸੇ ਨੂੰ ਡੀਹਾਈਡਰੇਟ ਕਰਕੇ ਪਾਣੀ ਕੱਢ ਕੇ, ਕਈਆਂ 'ਚ ਸਾਲਟ ਪਾ ਕੇ, ਕਈਆਂ ਦੇ ਵਿੱਚ ਆਪਾਂ ਮਿੱਠਾ ਪਾ ਕੇ, ਠੀਕ ਹੈ। ਹੋਰ ਵੀ ਕਈਆਂ ਨੂੰ ਸੁਕਾ ਕੇ, ਜਿਵੇਂ ਆਮਲਾ ਕੈਂਡੀ ਹੈ ਉਹ ਤਿਆਰ ਹੁੰਦੀ ਹੈ, ਠੀਕ ਹੈ। ਉਹਨਾਂ ਦੀ ਜਿਹੜਾ ਹੈ ਪ੍ਰੋਪਰ ਉਹਨੂੰ ਆਪਾਂ ਕਹਿ ਸਕਦੇ ਹਾਂ ਸਨਲਾਈਟ ਵਿੱਚ ਸੁਕਾ ਕੇ ਜਾਂ ਕਿਸੇ ਹੋਰ ਤਰੀਕੇ ਨਾਲ ਉਹਨੂੰ ਸੁਕਾ ਕੇ ਆਪਾਂ ਉਹ ਪ੍ਰੋਡਕਟ ਤਿਆਰ ਕਰਦੇ ਹਾਂ। ਤਾਂ ਇਹ ਜਿਹੜਾ ਹੈ ਸਾਰਾ ਫਰੂਟਸ, ਵੈਜੀਟੇਬਲਸ, ਔਰਨਾਮੈਂਟਲ ਪਲਾਂਟਸ, ਫਲਾਵਰਸ ਐਂਡ ਪ੍ਰੀਜ਼ਰਵੇਸ਼ਨ ਆਫ ਫੂਡ ਕਿਹੜੀ ਕੈਟੇਗਰੀ ਦੇ ਅੰਦਰ ਆਉਂਦਾ, ਸਾਰੀ ਸਾਇੰਸ ਹੋਰਟੀਕਲਚਰ। ਦਿਸ ਇਜ਼ ਨੋਨ ਐਜ਼ ਹੋਰਟੀਕਲਚਰ, ਠੀਕ ਹੈ। ਦ ਸਾਇੰਸ ਆਫ growing fruits, vegetables, ornamental plants and preservation of fruits is known as horticulture. Next, the science of production of fruit crops। ਜੇ ਤੁਸੀਂ ਫਰੂਟ ਕ੍ਰੌਪਸ ਦੀ ਪ੍ਰੋਡਕਸ਼ਨ ਕਰਨੀ ਹੈ ਉਹਨੂੰ ਕੀ ਕਹਿੰਦੇ ਆ, ਪਮੋਲਜੀ, ਯਾਦ ਰੱਖਣਾ ਹੈ। ਹੋਰਟੀਕਲਚਰ 'ਚ ਸਾਰਾ ਆ ਗਿਆ, ਫਰੂਟ ਆ ਗਏ, ਵੈਜੀਟੇਬਲ ਆ ਗਏ, ਔਰਨਾਮੈਂਟਲ ਪਲਾਂਟਸ, ਫਲਾਵਰਸ ਵਗੈਰਾ ਐਂਡ ਪ੍ਰੀਜ਼ਰਵੇਸ਼ਨ ਆਫ ਜਿਹੜੇ ਹੈ ਫੂਡਸ ਉਹ ਆ ਗਏ। ਐਂਡ ਅਗਰ ਮੈਂ ਗੱਲ ਕਰਾਂ ਫਰੂਟਸ ਦੀ ਸਟੱਡੀ ਨੂੰ ਕੀ ਕਿਹਾ ਜਾਂਦਾ, the food study of fruits, the science of production of fruit crops is known as pomology, that is pomology. Next, the term pomology is derived from, pomology ਜਿਹੜਾ ਹੈ ਡਰਾਈਵ ਹੁੰਦਾ ਕਾਹਦੇ ਤੋਂ, ਲੇਟਿਨ ਵਰਡ ਤੋਂ, ਠੀਕ ਹੈ। pomology ਲੇਟਿਨ ਗ੍ਰੀਕ ਵਰਡ ਤੋਂ, ਇਹਦਾ ਜਿਹੜਾ ਪੋਮੋ ਹੈ, ਠੀਕ ਹੈ, ਪੋਮੋ ਹੈ ਸਿਰਫ, ਇਹ ਡਰਾਈਵ ਹੁੰਦਾ ਲੇਟਿਨ ਵਰਡ ਤੋਂ, ਠੀਕ ਹੈ, ਦੈਟ ਇਜ਼ ਪੋਮਮ। ਪੋਮਮ ਮੀਨਸ ਫਰੂਟ, ਠੀਕ ਹੈ। ਐਂਡ ਜਿਹੜਾ ਲੋਜੀ ਹੈ ਇਹ ਗ੍ਰੀਕ ਵਰਡ ਹੈ, ਲੋਜੀ ਗ੍ਰੀਕ ਵਰਡ ਹੈ, ਆ ਲੇਟਿਨ ਵਰਡ ਹੈ ਅਗਲਾ, ਪੋਮਮ ਐਂਡ ਲੋਜੀ ਇਜ਼ ਗ੍ਰੀਕ ਵਰਡ। ਗ੍ਰੀਕ ਵਰਡ ਜਿਹੜਾ ਹੈ ਲੋਗਸ, ਲੋਗਸ ਦਾ ਮਤਲਬ ਹੁੰਦਾ ਡਿਸਕੋਰਸ, ਓਕੇ। ਐਂਡ ਦੈਟ ਇਜ਼ ਦ ਸਟੱਡੀ ਆਫ ਫਰੂਟਸ ਇਜ਼ ਨੋਨ ਐਜ਼ ਪੋਮੋਲੋਜੀ। ਸਟੱਡੀ ਆਫ ਫਰੂਟਸ ਜਾਂ ਫਿਰ ਸਾਇੰਸ ਆਫ ਪ੍ਰੋਡਕਸ਼ਨ ਆਫ ਫਰੂਟਸ ਕਹਿ ਸਕਦੇ ਹਾਂ, ਇਜ਼ ਨੋਨ ਐਜ਼ ਪੋਮੋਲੋਜੀ। ਇਹ ਲੇਟਿਨ ਗ੍ਰੀਕ ਵਰਡ ਤੋਂ ਹੈ, ਅਤੇ ਲੇਟਿਨ ਪਲੱਸ ਗ੍ਰੀਕ ਵਰਡ ਆਊਗਾ, ਓਕੇ। ਇਕੱਲਾ ਲੇਟਿਨ ਵਰਡ ਨਹੀਂ ਲਿਖ ਸਕਦੇ ਆਪਾਂ, ਲੇਟਿਨ ਪਲੱਸ ਗ੍ਰੀਕ ਵਰਡ, ਦੈਟ ਇਜ਼ ਕਿਉਂਕਿ ਅੱਧਾ ਜਿਹੜਾ ਪੋਮਮ ਹੈ ਉਹ ਲੇਟਿਨ ਹੈ, ਜਿਹੜੀ ਲੋਜੀ ਹੈ ਉਹ ਗ੍ਰੀਕ ਵਰਡ ਹੈ, ਫਰੂਟ ਪਲੱਸ ਡਿਸਕੋਰਸ। ਸੋ ਲੇਟਿਨ ਗ੍ਰੀਕ ਵਰਡ ਤੋਂ ਬਣਦਾ ਪੋਮੋਲੋਜੀ ਐਂਡ ਫਰੂਟ ਡਿਸਕੋਰਸ ਵਰਡ ਤੋਂ ਮਿਲਦੇ ਆ, ਐਂਡ ਦ ਸਟੱਡੀ ਆਫ ਫਰੂਟਸ ਇਜ਼ ਨੋਨ ਐਜ਼ ਪੋਮੋਲੋਜੀ। ਨੈਕਸਟ, ਦ ਸਾਇੰਸ ਆਫ ਗਰੋਇੰਗ ਵੈਜੀਟੇਬਲ ਕ੍ਰੌਪਸ। ਵੈਜੀਟੇਬਲ ਕ੍ਰੌਪਸ ਦੀ ਗਰੋਇੰਗ ਨੂੰ, ਦੀ ਸਾਇੰਸ ਨੂੰ ਕੀ ਕਿਹਾ ਜਾਂਦਾ ਹੈ, ਦਿਸ ਇਜ਼ ਨੋਨ ਐਜ਼ ਓਲੈਰੀਕਲਚਰ, ਓਲੈਰੀਕਲਚਰ, ਠੀਕ ਹੈ। ਦ ਸਟੱਡੀ ਆਫ ਵੈਜੀਟੇਬਲਸ, ਦ ਵੈਜੀਟੇਬਲ ਕ੍ਰੌਪਸ ਇਜ਼ ਨੋਨ ਐਜ਼ ਓਲੈਰੀਕਲਚਰ ਕਿਹਾ ਜਾਂਦਾ, ਓਕੇ। ਵੈਜੀਟੇਬਲ ਕ੍ਰੌਪਸ ਪ੍ਰੋਡਿਊਸ ਕਰਨਾ, ਦਾ ਸਟੱਡੀ ਆਫ ਵੈਜੀਟੇਬਲਸ ਇਜ਼ ਨੋਨ ਐਜ਼ ਓਲੈਰੀਕਲਚਰ। ਨੈਕਸਟ,
ਦ ਸਾਇੰਸ ਆਫ ਗਰੋਇੰਗ ਫਲਾਰ ਐਂਡ ornamental plants। ਇੱਦਾਂ ਦੀ ਸਾਇੰਸ ਜਿਹਦੇ ਵਿੱਚ ਆਪਾਂ ਫਲਾਰਸ ਗਰੋ ਕਰਦੇ ਹਾਂ ਜਾਂ ਫਿਰ ornamental plants ਗਰੋ ਕਰਦੇ ਹਾਂ is known as floriculture, ornamental, horticulture। okay guys, the science of growing flowers ਦੀ ਗਰੋ ਕਰਨਾ, ਉਹਨਾਂ ਦੇ ornamental plants ਗਰੋ ਕਰਨੇ, ਜਾਂ ਫਿਰ known as floriculture and ornamental horticulture। क्योंकि flowers are the study of flowers is known as floriculture and ornamental plants is known as ornamental horticulture। okay guys, ਇਹ ਸਾਰੇ ornamental plants ਦੇ ਅੰਦਰ ਆਉਂਦੇ ਆ floriculture and ornamental horticulture। ornamental ਹੁੰਦਾ ਸਜਾਵਟੀ ਬੂਟੇ, ਠੀਕ ਹੈ। ornamental plants ਕਿਹੜੇ ਹੁੰਦੇ ਆ? ਸਜਾਵਟੀ ਬੂਟੇ, ਇੱਕ ਤਰ੍ਹਾਂ ਦਾ ਆਪਾਂ ਸਜਾਵਟ ਵਾਸਤੇ ਉਹਨਾਂ ਨੂੰ ਲਗਾਉਂਦੇ ਆ। next our 10th question, a method by which food is kept out from spoilage after harvest। ਇੱਦਾਂ ਦਾ ਮੈਥਡ ਜਿਹਦੇ ਵਿੱਚ ਮੈਂ ਫੂਡ ਨੂੰ ਕੈਪਟ ਕਰਦੀ ਹਾਂ ਆਊਟ ਫਰੋਮ ਦਾ ਸਪੋਇਲੇਜ ਤੋਂ ਬਚਾ ਕੇ ਰੱਖਿਆ ਜਾਂਦਾ ਹਾਰਵੈਸਟ ਤੋਂ ਬਾਅਦ। ਹਾਰਵੈਸਟ ਕੀਤਾ ਆਪਾਂ, ਉਹਨੂੰ ਪੱਟਿਆ, ਠੀਕ ਹੈ, ਵਾਢੀ ਕੀਤੀ, ਉਦੋਂ ਬਾਅਦ ਜਿਹੜਾ ਆਪਾਂ ਉਹਨੂੰ ਪ੍ਰੀਜ਼ਰਵ ਕਰਕੇ ਰੱਖਣਾ, ਸੰਭਾਲ ਕੇ ਰੱਖਣਾ, ਤਾਂ ਕਿ ਆਪਣਾ ਹੈ ਉਹ ਸਪੋਇਲੇਜ ਨਾ ਹੋ ਜਾਏ, ਖ਼ਰਾਬ ਨਾ ਹੋ ਜਾਏ। ਖ਼ਰਾਬ ਹੋਣ ਤੋਂ ਬਚਾਉਣਾ, ਕਿਸੇ ਤਰੀਕੇ ਨਾਲ ਬਚਾਉਣਾ। ਮੈਂ ਜਿਵੇਂ ਤੁਹਾਨੂੰ ਕਿਹਾ, ਆਪਾਂ ਅਚਾਰ ਦੇ ਵਿੱਚ ਨਮਕ ਪਾਉਂਦੇ ਹਾਂ, ਠੀਕ ਹੈ, ਉਹਨੂੰ ਬਚਾਉਣ ਵਾਸਤੇ। ਮੁਰੱਬੇ 'ਚ ਚਾਸ਼ਨੀ ਪਾਉਂਦੇ ਹਾਂ, ਠੀਕ ਹੈ। ਤਾਂ ਇਹ ਇੱਕ ਤਰ੍ਹਾਂ ਦਾ ਪ੍ਰੀਜ਼ਰਵੇਟਿਵ ਤਰੀਕਾ ਹੈ, ਉਹਨੂੰ ਜਿਹੜਾ ਖ਼ਰਾਬ ਹੋਣ ਤੋਂ ਬਚਾਉਣ ਦਾ ਤਰੀਕਾ ਹੈ, ਦੈਟ ਇਜ਼ ਪ੍ਰੀਜ਼ਰਵੇਸ਼ਨ। ਠੀਕ ਹੈ, ਪ੍ਰੀਜ਼ਰਵ ਮਤਲਬ ਆਪਾਂ ਉਹਨੂੰ ਸੰਭਾਲ ਕੇ ਰੱਖਣਾ, ਪ੍ਰੀਜ਼ਰਵ ਕਰਕੇ ਰੱਖਣਾ, ਤਾਂ ਕਿ ਉਹ ਜਿਹੜੀ ਹੁੰਦੀ ਸਪੋਇਲੇਜ ਨਾ ਹੋ ਜਾਏ। ਪ੍ਰੀਜ਼ਰਵੇਸ਼ਨ, that is preservation। next, which process is involved in the senescence of fruits and vegetables। fruits ਹੈ, vegetables ਹੈ, ਉਹਨਾਂ ਦੀ senescence ਕਰਵਾਉਣੀ ਹੈ। ਇਹਦੇ ਵਿੱਚ ਕੀ ਹੁੰਦਾ, ਇੱਕ ਤਰ੍ਹਾਂ ਦਾ ਰਾਈਪਨਿੰਗ ਪ੍ਰੋਸੈਸ ਚੱਲਦਾ। ਰਾਈਪਨਿੰਗ ਕਿਵੇਂ ਹੁੰਦੀ ਹੈ? ਉਹਨਾਂ ਦੀ ਰੈਸਪੀਰੇਸ਼ਨ, ਠੀਕ ਹੈ। ਜਿਵੇਂ ਆਪਾਂ ਸਾਹ ਲੈਂਦੇ ਹਾਂ ਤਾਂ ਓਬਵੀਅਸਲੀ ਜਿਹੜੇ ਫਰੂਟਸ ਹੈ, ਵੈਜੀਟੇਬਲਸ ਹੈ, ਉਹਨਾਂ ਦੇ ਵਿੱਚ ਵੀ ਰੈਸਪੀਰੇਸ਼ਨ ਪ੍ਰੋਸੈਸ ਚੱਲਦਾ। ਫਿਰ ਉਹਨਾਂ ਦੀ ਇਸ ਰੈਸਪੀਰੇਸ਼ਨ ਪ੍ਰੋਸੈਸ ਦੇ ਨਾਲ ਹੌਲੀ ਹੌਲੀ ਉਹਨਾਂ ਦੀ ਜਿਹੜੀ ਹੈ ਰਾਈਪਨਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ। ਤਾਂ ਕਿਹੜਾ ਪ੍ਰੋਸੈਸ ਇਨਵੋਲਵ ਹੈ? ਸੈਨੈਸੈਂਸ ਆਫ ਫਰੂਟਸ ਐਂਡ ਵੈਜੀਟੇਬਲਸ, ਉਹਨਾਂ ਦੀ ਰਾਈਪਨਿੰਗ ਦੇ ਫਰੂਟਸ ਐਂਡ ਵੈਜੀਟੇਬਲਸ ਦੇ ਵਿੱਚ ਰੈਸਪੀਰੇਸ਼ਨ, ਠੀਕ ਹੈ। ਉਹਨਾਂ ਦੀ ਜਿਹੜੀ ਸਾਹ ਦੀ ਪ੍ਰਕਿਰਿਆ ਹੈ, ਉਹਦੇ ਨਾਲ ਜਿਹੜਾ ਸੈਨੈਸੈਂਸ ਪ੍ਰੋਸੈਸ ਚੱਲਦਾ, ਉਹਨਾਂ ਦੀ ਪ੍ਰੋਪਰ ਰਾਈਪਨਿੰਗ ਵਗੈਰਾ ਹੁੰਦੀ ਹੈ, ਦੈਟ ਇਜ਼ ਰੈਸਪੀਰੇਸ਼ਨ। wait, our next question, fruits experiencing sudden increase in the rate of respiration at the time of ripening। ਇੱਦਾਂ ਦੇ ਇੱਕ ਫਰੂਟਸ ਹੁੰਦੇ ਆ ਕਿ ਜਦੋਂ ਉਹ ਰਾਈਪਨ ਹੋ ਰਿਹਾ, ਠੀਕ ਹੈ, ਜਦੋਂ ਮਤਲਬ ਕਿਰਰੀ ਜਾਂਦੇ ਆ, ਪੱਕੀ ਜਾਂਦੇ ਆ, ਆਪਾਂ ਕਹਿ ਸਕਦੇ ਹਾਂ, ਤਾਂ ਉਦੋਂ ਜਿਹੜਾ ਹੈ ਉਹਨਾਂ ਦਾ ਰੈਸਪੀਰੇਸ਼ਨ ਰੇਟ ਇੱਕਦਮ ਤੇਜ਼ ਹੋ ਜਾਂਦਾ, ਸਡਨ ਇਨਕਰੀਜ਼ ਹੋ ਜਾਂਦਾ, ਰੈਸਪੀਰੇਸ਼ਨ ਰੇਟ ਇਨਕਰੀਜ਼ ਹੋ ਜਾਂਦਾ, ਔਰ ਉਹ ਬਹੁਤ ਫਾਸਟ ਤਰੀਕੇ ਨਾਲ ਜਿਹੜਾ ਹੈ ਰਾਈਪਨ ਹੋਣਾ ਸ਼ੁਰੂ ਹੋ ਜਾਂਦੇ ਆ, ਪੱਕਣ ਲੱਗ ਜਾਂਦੇ ਆ। ਤਾਂ ਇੱਦਾਂ ਦੇ ਫਰੂਟਸ ਹੁੰਦੇ ਆ ਕਲਾਈਮੈਕਟੈਰਿਕ ਫਰੂਟਸ। ਕਲਾਈਮੈਕਟੈਰਿਕ ਫਰੂਟਸ ਇੱਦਾਂ ਦੇ ਹੁੰਦੇ ਆ, ਦੇਖੋ ਤੁਸੀਂ ਦੇਖਿਆ ਹੋਏਗਾ, ਆਪਾਂ ਕਹਿ ਦਿੰਦੇ ਹਾਂ ਪਪੀਤਾ ਜਦੋਂ ਹਰਾ ਹੁੰਦਾ ਉਦੋਂ ਹੀ ਪੇੜ ਤੋਂ ਪੱਟ ਲਿਆ ਜਾਂਦਾ ਪਪੀਤੇ ਨੂੰ, ਤਾਂ ਕਿ ਜਿਹੜਾ ਹੈ ਬਾਅਦ 'ਚ ਉਹਨੂੰ ਅਖਬਾਰ 'ਚ ਲਪੇਟ ਕੇ ਰੱਖ ਦਿੰਦੇ ਹਾਂ, ਅਤੇ ਉਹ ਤਾਂ ਵੀ ਪੱਕਦਾ ਰਹਿੰਦਾ, ਬਾਅਦ 'ਚ ਥੋੜ੍ਹੇ ਦਿਨ ਪਿਆ ਉਹ ਆਪਣੇ ਆਪ ਪੀਲਾ ਹੋ ਜਾਂਦਾ। ਮਤਲਬ ਉਹਦਾ ਰੈਸਪੀਰੇਸ਼ਨ ਪ੍ਰੋਸੈਸ ਬਾਅਦ ਵਿੱਚ ਵੀ ਕੰਟੀਨਿਊ ਹੈ, ਉਹਦੀ ਰਾਈਪਨਿੰਗ ਬਾਅਦ ਵਿੱਚ ਵੀ ਹੋ ਰਹੀ ਹੈ। ਜਦੋਂ ਆਪਾਂ ਪੇੜ ਤੋਂ ਪੱਟਣ ਤੋਂ ਬਾਅਦ ਉਹਦੀ ਰਾਈਪਨਿੰਗ ਪ੍ਰੋਸੈਸ ਕੰਟੀਨਿਊ ਹੈ ਆਫਟਰ ਹਾਰਵੈਸਟਿੰਗ ਆਲਸੋ, ਠੀਕ ਹੈ। ਕੁਛ ਇੱਦਾਂ ਦੇ ਹੁੰਦੇ ਆ ਕਿ ਆਪਾਂ ਬਿਲਕੁਲ ਜਦੋਂ ਕਿਰ ਜਾਂਦੇ ਆ, ਪੱਕ ਜਾਂਦੇ ਆ ਫਰੂਟਸ, ਉਦੋਂ ਪੱਟਦੇ ਹਾਂ। ਜਿਹੜੇ ਫਰੂਟਸ ਦੀ ਜਿਹੜੀ ਹੈ ਆਪਾਂ ਕਹਿ ਸਕਦੇ ਹਾਂ ਰਾਈਪਨਿੰਗ ਕੰਟੀਨਿਊ ਰਹਿੰਦੀ ਹੈ ਹਾਰਵੈਸਟਿੰਗ ਤੋਂ ਬਾਅਦ, ਦੈਟ ਆਰ ਨੋਨ ਐਜ਼ ਕਲਾਈਮੈਕਟੈਰਿਕ ਫਰੂਟਸ। ਉਹ ਕਲਾਈਮੈਕਟੈਰਿਕ ਫਰੂਟਸ ਹੁੰਦੇ ਆ। ਐਂਡ ਨੋਨ ਕਲਾਈਮੈਕਟੈਰਿਕ ਫਰੂਟਸ ਉਹ ਹੁੰਦੇ ਆ ਕਿ ਜਿਨ੍ਹਾਂ ਦੀ ਜਿਹੜੀ ਹੈ ਰੈਸਪੀਰੇਸ਼ਨ ਗਰੋਥ ਜਿਹੜੀ ਸਟੋਪ ਹੋ ਜਾਂਦੀ ਹੈ ਆਫਟਰ ਹਾਰਵੈਸਟਿੰਗ। ਹਾਰਵੈਸਟ ਕਰਨ ਤੋਂ ਬਾਅਦ ਉਹਨਾਂ ਦੀ ਗਰੋਥ ਜਿਹੜੀ ਹੈ ਆਪਣੀ, ਉਹਨਾਂ ਦੀ ਰੈਸਪੀਰੇਸ਼ਨ ਹੈ, ਰਾਈਪਨਿੰਗ ਪ੍ਰੋਸੈਸ ਆ, ਠੀਕ ਹੈ, ਪੱਕਣ ਦਾ ਪ੍ਰੋਸੈਸ ਉੱਥੇ ਹੀ ਸਟੋਪ ਹੋ ਜਾਂਦਾ। ਬਟ ਕੁਛ ਦੀ ਹੁੰਦੀ ਹੈ ਜਿਹੜੀ ਹੈ ਉਹ ਹੁੰਦੀ ਹੈ ਨੋਨ ਕਲਾਈਮੈਕਟੈਰਿਕ, ਠੀਕ ਹੈ। ਅਤੇ ਜਿਹੜੇ ਕਲਾਈਮੈਕਟੈਰਿਕ ਹੁੰਦੇ ਆ ਦੈਟ ਆਰ ਜਿਹੜੇ ਹੁੰਦੇ ਆ ਬਾਅਦ 'ਚ ਵੀ ਉਹਨਾਂ ਦੀ ਰਾਈਪਨਿੰਗ ਕੰਟੀਨਿਊ ਰਹਿੰਦੀ ਹੈ। ਹੁਣ ਆਪਾਂ ਕੁਛ ਜਿਹੜਾ ਹੈ ਰਾਈਪਨਿੰਗ ਦੀ ਗੱਲ ਕਰਦੇ ਹਾਂ, ਜਿਹੜੇ ਕਲਾਈਮੈਕਟੈਰਿਕ ਹੁੰਦੇ ਆ ਜਿਨ੍ਹਾਂ ਦੀ ਜਿਹੜੀ ਹੈ ਬਾਅਦ ਵਿੱਚ ਵੀ ਕੰਟੀਨਿਊ ਰਹਿੰਦੀ ਹੈ ਰੈਸਪੀਰੇਸ਼ਨ ਰਾਈਪਨਿੰਗ ਪ੍ਰੋਸੈਸ। ਮੈਂਗੋ ਹੈ, ਬਨਾਨਾ ਹੈ, ਗਾਵਾ ਹੈ, ਪਪਾਇਆ, ਜੈਕ ਫਰੂਟ, ਸਪੋਟਾ, ਐਪਲ, ਇਹ ਵਾਲੇ ਹੁੰਦੇ ਆ, ਠੀਕ ਹੈ। ਚਾਹੇ ਉਹ ਮਤਲਬ ਆਪਾਂ ਕਹਿ ਸਕਦੇ ਹਾਂ ਪਪੀਤਾ, ਚਾਹੇ ਆਪਾਂ ਅਮਰੂਦ ਕਹਿ ਸਕਦੇ ਹਾਂ, ਐਂਡ ਸਪੋਟਾ, ਠੀਕ ਹੈ। ਸਪੋਟਾ ਕੀ ਹੁੰਦਾ? ਚੀਕੂ,
ਐਪਲ ਸੇਬ ਕਹਿ ਸਕਦੇ ਹਾਂ, ਬਨਾਨਾ ਓਬਵੀਅਸਲੀ ਐਂਡ ਮੈਂਗੋ, ਠੀਕ ਹੈ, ਅੰਬ। ਇਹ ਸਾਰਿਆਂ ਦੇ ਜਿਹੜੇ ਕਲਾਈਮੈਕਟੈਰਿਕ ਫਰੂਟਸ ਦੇ ਅੰਦਰ ਆਉਂਦੇ ਆ, ਜਿਨ੍ਹਾਂ ਦੀ ਜਿਹੜੀ ਆ ਰਾਈਪਨਿੰਗ ਜਿਹੜੀ ਹੈ ਕੰਟੀਨਿਊ ਰਹਿੰਦੀ ਆ ਆਫਟਰ ਹਾਰਵੈਸਟਿੰਗ। ਆਪਾਂ ਉਹਨੂੰ ਪੇੜ ਤੋਂ ਲਾ ਲਿਆ ਤਾਂ ਵੀ ਆਪਦੀ ਰਾਈਪਨ ਹੌਲੀ ਹੌਲੀ ਹੁੰਦੇ ਹੀ ਰਹਿੰਦੇ ਆ, ਦੈਟ ਆਰ ਕਲਾਈਮੈਕਟੈਰਿਕ ਫਰੂਟਸ। ਓਕੇ, ਦੈਟ ਆਰ climacteric fruits. Next, fruits experiencing simple gradual decline in the rate of respiration at the time of ripening। ਇੱਦਾਂ ਦੇ ਫਰੂਟਸ ਹੁੰਦੇ ਕਿ ਜਦੋਂ ਰਾਈਪਨ ਹੋਈ ਜਾਂਦੇ ਆ, ਠੀਕ ਹੈ, ਜਦੋਂ ਪੱਕੀ ਜਾਂਦੇ ਆ, ਉਦੋਂ ਜਿਹੜਾ ਉਹਨਾਂ ਦਾ ਰੇਟ ਆਫ ਰੈਸਪੀਰੇਸ਼ਨ ਹੈ ਨਾ, ਉਹ ਹੌਲੀ ਹੌਲੀ ਘਟਣਾ ਸ਼ੁਰੂ ਹੋ ਜਾਂਦਾ, ਠੀਕ ਹੈ। ਜਿਨ੍ਹਾਂ ਦੇ ਵਿੱਚ ਵਧਣਾ ਸ਼ੁਰੂ ਹੋ ਜਾਂਦਾ, ਦੈਟ ਆਰ ਕਲਾਈਮੈਕਟੈਰਿਕ ਫਰੂਟਸ ਹੁੰਦੇ ਆ। ਜਿਨ੍ਹਾਂ ਦੇ ਵਿੱਚ ਘਟਣਾ ਸ਼ੁਰੂ ਹੋ ਜਾਂਦਾ ਜਦੋਂ ਰਾਈਪਨ ਹੋ ਜਾਂਦੇ, ਉਸ ਟਾਈਮ ਉਹਨਾਂ ਦੇ ਵਿੱਚ ਰੈਸਪੀਰੇਸ਼ਨ ਪ੍ਰੋਸੈਸ ਜਿਹੜਾ ਹੈ, ਸਾਹ ਦੀ ਪ੍ਰਕਿਰਿਆ, ਉਹ ਘਟਣੀ ਸ਼ੁਰੂ ਹੋ ਜਾਂਦੀ ਹੈ। ਇਹ ਜਿਹੜੇ ਹੁੰਦੇ ਆ ਦੈਟ ਆਰ ਨੋਨ ਕਲਾਈਮੈਕਟੈਰਿਕ ਫਰੂਟਸ। ਇਹ ਨੋਨ ਕਲਾਈਮੈਕਟੈਰਿਕ ਫਰੂਟਸ ਹੁੰਦੇ। ਕਲਾਈਮੈਕਟੈਰਿਕ ਫਰੂਟਸ ਰੈਸਪੀਰੇਸ਼ਨ ਰੇਟ ਇਨਕਰੀਜ਼, ਐਂਡ ਜਿਹੜੇ ਨੋਨ ਕਲਾਈਮੈਕਟੈਰਿਕ ਉਹਨਾਂ ਦੇ ਵਿੱਚ ਸਡਨ ਜਿਹੜਾ ਆਪਾਂ ਕਹਿ ਸਕਦੇ ਡਿਕਲਾਈਨ ਹੋਣ ਲੱਗ ਜਾਂਦਾ, ਠੀਕ ਹੈ, ਘਟਣ ਲੱਗ ਜਾਂਦਾ। ਇਹ ਹੁੰਦੇ ਆ ਜਿਹੜੇ ਆ ਨੋਨ ਕਲਾਈਮੈਕਟੈਰਿਕ ਫਰੂਟਸ। ਓਕੇ, ਨੋਨ ਕਲਾਈਮੈਕਟੈਰਿਕ। ਆਈ ਹੋਪ ਗਾਈਜ਼ ਸਭ ਨੂੰ ਜਿਹੜਾ ਸੈਸ਼ਨ ਬਹੁਤ ਅੱਛਾ ਲੱਗ ਰਿਹਾ ਹੋਏਗਾ, ਪ੍ਰੋਪਰ ਤਰੀਕੇ ਨਾਲ ਸਮਝ ਆ ਰਿਹਾ ਹੋਏਗਾ। ਦੇਖੋ ਕੁਛ ਬੇਸਿਕ ਟਰਮਸ ਹੈ ਕਿ ਜਿਹੜਾ ਹੁੰਦਾ ਹੋਰਟੀਕਲਚਰ ਕੀ ਹੈ, ਪੋਮੋਲਜੀ ਕੀ ਹੈ, ਓਲੈਰੀਕਲਚਰ ਕੀ ਹੈ, ਐਂਡ ਅਗਰੋਨਮੀ ਕੀ ਹੈ, ਐਗਰੀਕਲਚਰ ਕੀ ਹੈ। ਤਾਂ ਇਹ ਕੁਛ ਇੱਦਾਂ ਦੇ ਬੇਸਿਕ ਟਰਮਸ ਹੈ ਜਿਹੜੇ ਆਪਾਂ ਅੱਜ ਡਿਸਕਸ ਕਰ ਰਹੇ ਹਾਂ। ਕਲਾਈਮੈਕਟੈਰਿਕ ਫਰੂਟਸ, ਨੋਨ ਕਲਾਈਮੈਕਟੈਰਿਕ ਫਰੂਟਸ, ਇਹਨਾਂ ਦੇ ਆਉਣ ਦੇ ਪ੍ਰੋਪਰ ਚਾਂਸਿਸ ਹੈ। ਤੁਸੀਂ ਧਿਆਨ ਨਾਲ ਇਹ ਕੁਐਸਚਨਸ ਜਿਹੜੇ ਹੈ ਅੱਛੇ ਤਰੀਕੇ ਨਾਲ ਦੇਖਣੇ ਆ। ਅਗਰ ਕੋਈ ਕਿਤੇ ਨਹੀਂ ਪਤਾ ਲੱਗ ਰਿਹਾ ਤਾਂ ਪਲੀਜ਼ ਤੁਸੀਂ ਪੋਜ਼ ਕਰਕੇ ਦੁਬਾਰਾ ਜਿਹੜਾ ਹੈ ਬੈਕ ਕਰਕੇ ਸੁਣ ਸਕਦੇ ਹੋ, ਐਂਡ ਸੈਸ਼ਨ ਨੂੰ ਦੁਬਾਰਾ ਵੀ ਦੇਖ ਸਕਦੇ ਹੋ। ਇਹ ਤੁਹਾਡੇ ਜਿਹੜੇ ਐਗਜ਼ਾਮ ਓਰੀਐਂਟਡ ਕੁਐਸਚਨਸ ਆ। ਨੈਕਸਟ, ਲੀਚੀ, ਲੈਮਨ, ਸਿਟਰਸ, ਗ੍ਰੇਪ, ਬੇਰ, ਪਾਈਨਐਪਲ। ਇਹ ਸਾਰੇ ਕਿਹੜੇ ਆ? ਨੋਨ ਕਲਾਈਮੈਕਟੈਰਿਕ ਫਰੂਟਸ, ਠੀਕ ਹੈ। ਨੋਨ ਕਲਾਈਮੈਕਟੈਰਿਕ ਫਰੂਟਸ ਆ ਕਿ ਜਿਹੜੇ ਹੈ ਆਪਾਂ ਨੇ ਜਿਨ੍ਹਾਂ ਦਾ ਰੈਸਪੀਰੇਸ਼ਨ ਰੇਟ ਘੱਟ ਜਾਂਦਾ। ਨੋਨ ਕਲਾਈਮੈਕਟੈਰਿਕ ਫਰੂਟਸ ਕਿਹੜੇ ਹੁੰਦੇ ਆ ਕਿ ਜਦੋਂ ਆਪਾਂ ਉਹਨਾਂ ਨੂੰ ਆਪਾਂ ਉਹਦੇ ਪੇੜ ਤੋਂ ਪੱਟ ਲਿਆ ਤਾਂ ਉਦੋਂ ਬਾਅਦ ਉਹਨਾਂ ਦੀ ਜਿਹੜੀ ਰਾਈਪਨਿੰਗ ਪ੍ਰੋਸੈਸ ਆ, ਪੱਕਣ ਦੀ ਕਿਰਿਆ ਖਤਮ ਹੋ ਜਾਂਦੀ ਹੈ, ਠੀਕ ਹੈ। ਪੇੜ ਤੋਂ ਪੱਟਣ ਤੋਂ ਬਾਅਦ ਉਹ ਪੱਕਦੇ ਨਹੀਂ ਹੈ ਫਰਦਰ, ਉਹਨਾਂ ਨੂੰ ਉੱਥੇ ਹੀ ਉਹਨਾਂ ਦਾ ਜਿਹੜਾ ਹੈ ਰਾਈਪਨਿੰਗ ਪ੍ਰੋਸੈਸ ਸਟੋਪ ਹੋ ਜਾਂਦਾ। ਜਿਵੇਂ ਸਿਟਰਸ ਹੋ ਗਿਆ, ਕਿੰਨੂ ਵਗੈਰਾ ਹੈ ਸਾਰੇ, ਐਂਡ ਲੈਮਨ, ਲੀਚੀ, ਗ੍ਰੇਪਸ, ਬੇਰ ਅਤੇ ਪਾਈਨਐਪਲ। ਇਹ ਨੋਨ ਕਲਾਈਮੈਕਟੈਰਿਕ ਫਰੂਟਸ ਦੇ ਅੰਦਰ ਆਉਂਦੇ ਆ। ਓਕੇ, ਵਿਚ ਆਪਰੇਸ਼ਨ ਕੰਟਰੋਲਸ ਦਾ ਸ਼ੇਪ ਆਫ ਦਾ ਪਲਾਂਟ। ਸ਼ੇਪ ਆਫ ਦਾ ਪਲਾਂਟ ਦੇ ਕਿਹੜਾ ਆਪਰੇਸ਼ਨ ਕੰਟਰੋਲ ਕਰਦਾ, ਠੀਕ ਹੈ। ਜਿਹੜਾ ਪਲਾਂਟ ਹੈ ਉਹਦੀ ਸ਼ੇਪ ਨੂੰ ਕੌਣ ਕੰਟਰੋਲ ਕਰਦਾ? ਸ਼ੇਪ ਮਤਲਬ ਆਪਾਂ ਪ੍ਰੋਪਰ ਉਹਨਾਂ ਦੀ ਜਿਹੜੀ ਹੈ ਟ੍ਰੇਨਿੰਗ ਕਰਕੇ ਰੱਖਣੀ ਹੈ। ਪ੍ਰੋਪਰ ਦੇ ਵਿੱਚ ਆਪਾਂ ਉਹਨੂੰ ਸ਼ੇਪ ਬਣਾ ਕੇ ਰੱਖਣਾ, ਕੋਈ ਐਕਸਟਰਾ ਗਰੋਥ ਉਹਨਾਂ ਦੇ ਵਿੱਚ ਨਹੀਂ ਹੋਣੀ ਚਾਹੀਦੀ। ਪ੍ਰੋਪਰ ਇੱਕ ਪਰਟੀਕੂਲਰ ਸ਼ੇਪ ਦੇ ਵਿੱਚ ਹੁਣ ਦੈਟ ਇਜ਼ ਨੋਨ ਐਜ਼ ਟ੍ਰੇਨਿੰਗ ਆਫ ਪਲਾਂਟਸ। ਟ੍ਰੇਨਿੰਗ ਆਫ ਪਲਾਂਟਸ, ਉਹਨਾਂ ਦੀ ਪ੍ਰੋਪਰ ਜਿਹੜੀ ਉਹਨਾਂ ਨੂੰ ਸ਼ੇਪ ਦੇਣੀ ਹੈ ਪਲਾਂਟਸ ਨੂੰ। ਇੱਦਾਂ ਦੇ ਆਪਰੇਸ਼ਨ ਨੂੰ ਕੀ ਕਹਿੰਦਾ? ਟ੍ਰੇਨਿੰਗ ਆਫ ਪਲਾਂਟਸ, ਟ੍ਰੇਨਿੰਗ। ਨੈਕਸਟ, ਮੋਸਟ ਵਾਈਡਲੀ ਯੂਜ਼ਡ ਟ੍ਰੇਨਿੰਗ ਸਿਸਟਮ ਫॉर ਕਮਰਸ਼ੀਅਲ ਫਰੂਟਸ। ਕਮਰਸ਼ੀਅਲ ਫਰੂਟਸ ਦਾ ਜਿਹੜਾ ਮੋਸਟ ਵਾਈਡਲੀ ਯੂਜ਼ ਟ੍ਰੇਨਿੰਗ ਸਿਸਟਮ ਹੈ, ਦੇਖੋ ਇੱਕ ਟ੍ਰੇਨਿੰਗ ਸਿਸਟਮ ਇਹ ਹੁੰਦਾ ਕਿ ਪਲਾਂਟ ਨੂੰ ਬਹੁਤ ਛੋਟਾ ਸਾਈਜ਼ ਦਾ ਕੱਟ ਦਿੰਦੇ ਆ। ਇੱਕ ਹੁੰਦਾ ਕਿ ਪਲਾਂਟ ਨੂੰ ਵਧਣ ਦਿੰਦੇ ਆ, ਬਹੁਤ ਲੰਬਾ ਸਾਈਜ਼ ਦਾ ਉਹਨੂੰ ਕਰਦੇ ਆ, ਐਂਡ ਜਿਹੜਾ ਹੈ ਉਹਨਾਂ ਦੀ ਲੰਬਾ ਜਿਹੜਾ ਹੈ ਉਹਨਾਂ ਦਾ ਟਾਲ ਸਟਰਕਚਰ ਹੁੰਦਾ। ਇੱਕ ਹੁੰਦਾ ਮੋਡੀਫਾਈਡ, ਮਤਲਬ ਉਹ ਠੀਕ ਜਾਂ ਮੀਡੀਅਮ ਜਾਂ ਸਾਈਜ਼ ਦਾ ਹੁੰਦਾ। ਉਹਨਾਂ ਦੀ ਇੱਦਾਂ ਦੀ ਸ਼ੇਪ ਬਣਾਈ ਜਾਂਦੀ ਕਿ ਉਹ ਮੀਡੀਅਮ ਸਾਈਜ਼ ਦਾ ਪਲਾਂਟ ਬਣਦਾ। ਅਤੇ ਸਭ ਤੋਂ ਜ਼ਿਆਦਾ ਜਿਹੜਾ ਚੱਲਦਾ, ਜਿਹੜਾ ਸਭ ਤੋਂ ਜ਼ਿਆਦਾ ਬੈਸਟ ਹੁੰਦਾ, ਬੈਟਰ ਹੁੰਦਾ ਮੈਥਡ, ਦੈਟ ਇਜ਼ ਮੋਡੀਫਾਈਡ ਲੈਡਰ ਸਿਸਟਮ। ਮੋਡੀਫਾਈਡ ਲੈਡਰ ਸਿਸਟਮ ਇੱਦਾਂ ਦਾ ਟ੍ਰੇਨਿੰਗ ਸਿਸਟਮ ਹੈ ਫॉर ਕਮਰਸ਼ੀਅਲ ਕ੍ਰੌਪਸ, ਦੈਟ ਇਜ਼ ਮੋਡੀਫਾਈਡ ਲੈਡਰ ਸਿਸਟਮ। Next, removal of any excess or undesirable, unproductive branches, shoots or any other part of plant known as pruning। pruning ਕੀ ਹੁੰਦਾ? ਕੋਈ ਮੰਨ ਲਓ ਡਿਸੀਜ਼ਡ ਪਲਾਂਟ ਹੈ, ਠੀਕ ਹੈ, ਕੋਈ ਡਿਸੀਜ਼ਡ ਹੈ, ਕੋਈ ਆਪਾਂ ਕਹਿ ਸਕਦੇ ਹਾਂ ਬਹੁਤ ਜ਼ਿਆਦਾ ਐਕਸੈਸ ਦੇ ਵਿੱਚ ਪਲਾਂਟ 'ਚ ਗਰੋਥ ਹੋਈ ਪਈ ਹੈ, ਠੀਕ ਹੈ, ਬਹੁਤ ਜ਼ਿਆਦਾ। ਐਂਡ ਅਨਡਿਜ਼ਾਇਰੇਬਲ, ਕੁਛ ਇੱਦਾਂ ਦੀਆਂ ਬ੍ਰਾਂਚਿਸ ਹੈ ਕੋਈ ਅਨਡਿਜ਼ਾਇਰੇਬਲ ਹੈ, ਠੀਕ ਹੈ, ਉਹਨਾਂ ਦੇ ਉੱਪਰ ਮਤਲਬ ਸੜੀਆਂ ਪਈਆਂ ਆਪਾਂ ਕਹਿ ਸਕਦੇ ਹਾਂ, ਐਂਡ ਜਿਹੜੀਆਂ ਹੈ ਬਹੁਤ ਜ਼ਿਆਦਾ ਐਕਸੈਸ ਦੇ ਵਿੱਚ ਗਰੋਥ ਹੈ। ਅਨਪ੍ਰੋਡਕਟਿਵ ਬ੍ਰਾਂਚਿਸ ਵੀ ਆ ਜਿਨ੍ਹਾਂ ਉੱਤੇ ਫਰੂਟਿੰਗ ਨਹੀਂ ਹੋਈ ਜਾਂਦੀ ਹੈ, ਠੀਕ ਹੈ, ਉਹ ਜਿਹੜੀਆਂ ਖਰਾਬ ਹੋਈਆਂ ਪਈਆਂ ਉਹਨਾਂ ਉੱਤੇ ਫਰੂਟ ਲੱਗਣ ਦਾ ਕੋਈ ਚਾਂਸ ਨਹੀਂ। ਅਨਪ੍ਰੋਡਕਟਿਵ ਬ੍ਰਾਂਚਿਸ ਆ, ਕੋਈ ਸ਼ੂਟਸ ਆ,
ਜਾਂ ਕੋਈ ਹੋਰ ਪਾਰਟ ਹੈ ਪਲਾਂਟ ਦਾ ਜਿਹੜਾ ਅਨਪ੍ਰੋਡਕਟਿਵ ਹੈ, ਅਨਡਿਜ਼ਾਇਰੇਬਲ ਹੈ ਅਤੇ ਐਕਸੈਸ ਦੇ ਵਿੱਚ ਹੈ, ਬਹੁਤ ਜ਼ਿਆਦਾ ਕੁਆਂਟਿਟੀ ਦੇ ਵਿੱਚ ਹੈ, ਦੈਟ ਇਜ਼ ਨੋਨ ਐਜ਼ ਪ੍ਰੂਨਿੰਗ। ਇੱਦਾਂ ਨੂੰ ਕੀ ਕਹਿੰਦੇ, ਪ੍ਰੂਨਿੰਗ ਕਿਹਾ ਜਾਂਦਾ। ਆਪਾਂ ਉਹਨਾਂ ਦੀ ਪ੍ਰੂਨਿੰਗ ਕਰਦੇ ਹਾਂ ਪ੍ਰੋਪਰ, ਜਿਹੜੀ ਅਨਡਿਜ਼ਾਇਰੇਬਲ ਐਕਸੈਸ ਜਿਹੜੀ ਹੁੰਦੀ ਆ, ਆਪਾਂ ਅਨਪ੍ਰੋਡਕਟਿਵ ਬ੍ਰਾਂਚਿਸ ਹੁੰਦੀਆਂ, ਠੀਕ ਹੈ, ਜਿਹੜੀਆਂ ਅਨਪ੍ਰੋਡਕਟਿਵ ਹੈ, ਜਿਨ੍ਹਾਂ ਉੱਪਰ ਫਰੂਟਿੰਗ ਜਿਹੜੀਆਂ ਨਹੀਂ ਲੱਗਣੀ, ਤਾਂ ਇੱਦਾਂ ਨੂੰ ਆਪਾਂ ਕਹਿੰਦੇ ਪ੍ਰੂਨਿੰਗ ਕਿਹਾ ਜਾਂਦਾ, ਪ੍ਰੂਨਿੰਗ। ਓਕੇ, ਉਹਨਾਂ ਦੀ ਪ੍ਰੂਨਿੰਗ ਕਰ ਦਿੰਦੇ ਹਾਂ ਆਪਾਂ, ਉਹ ਬ੍ਰਾਂਚਿਸ ਅਨਪ੍ਰੋਡਕਟਿਵ ਬ੍ਰਾਂਚਿਸ, ਅਨਡਿਜ਼ਾਇਰੇਬਲ ਬ੍ਰਾਂਚਿਸ ਜਿਹੜੀਆਂ ਐਕਸੈਸ ਬ੍ਰਾਂਚਿਸ ਹੁੰਦੀਆਂ, ਆਪਾਂ ਉਹ ਕੱਟ ਦਿੰਦੇ ਹਾਂ, ਠੀਕ ਹੈ, ਦਿਸ ਇਜ਼ ਨੋਨ ਐਜ਼ ਪ੍ਰੂਨਿੰਗ। Next, heading back and thinning out are the associated with pruning. Heading back ਹੈ ਜਾਂ ਫਿਰ thinning, ਉਹਦੇ ਵਿੱਚ ਵੀ ਇਹਦੀ ਬਹੁਤ ਜ਼ਿਆਦਾ ਪਲਾਂਟ ਭਰਿਆ ਪਿਆ, ਠੀਕ ਹੈ, ਉਹਦੇ 'ਚ ਬਹੁਤ ਜ਼ਿਆਦਾ ਐਕਸੈਸ ਦੇ ਵਿੱਚ ਗਰੋਥ ਹੋਈ ਆ, ਆਪਾਂ ਉਹਨੂੰ ਥਿਨ ਆਊਟ ਕਰ ਦਿੰਦੇ ਹਾਂ। ਥਿਨਿੰਗ ਆਊਟ ਵਿੱਚ ਮਤਲਬ ਕੁਛ ਜਿਹੜੀਆਂ ਬ੍ਰਾਂਚਿਸ ਹੈ, ਜਿਹੜੀਆਂ ਮੇਨ ਬ੍ਰਾਂਚਿਸ ਰੱਖ ਦਿੰਦੇ ਹਾਂ, ਬਾਕੀ ਦੀਆਂ ਬ੍ਰਾਂਚਿਸ ਆਪਾਂ ਕੱਟ ਕਰ ਦਿੰਦੇ ਹਾਂ। ਕੋਈ ਜਿਹੜੀਆਂ ਬਹੁਤ ਜ਼ਿਆਦਾ ਹੈਵੀ ਬ੍ਰਾਂਚਿਸ ਆ ਉਹ ਕੱਢਦੇ ਨੇ। ਇਹਦਾ ਇਹ ਹੁੰਦਾ ਕਿ ਅਗਰ ਆਪਾਂ ਇੰਨੀਆਂ ਬ੍ਰਾਂਚਿਸ ਰੱਖਾਂਗੇ, ਠੀਕ ਹੈ, ਤਾਂ ਓਨੀ ਜ਼ਿਆਦਾ ਫਰੂਟਿੰਗ ਹੋਊਗੀ, ਬਟ ਫਰੂਟ ਦੀ ਕੁਆਲਿਟੀ ਵਧੀਆ ਨਹੀਂ ਹੋਣੀ, ਕਿਉਂਕਿ ਜਿਹੜਾ ਸਾਰਾ ਨਿਊਟ੍ਰੀਐਂਟਸ ਡਿਵਾਈਡ ਹੋ ਜਾਣਗੇ ਸਾਰਿਆਂ ਦੇ ਵਿੱਚ। ਤਾਂ ਇਸ ਕਰਕੇ ਥਿਨਿੰਗ ਆਊਟ ਕੀਤੀ ਜਾਂਦੀ ਹੈ ਕਿ ਲਿਮਿਟਡ ਜਿਹੀਆਂ ਬ੍ਰਾਂਚਿਸ ਹੋਣ, ਅਨਲਿਮਿਟਡ ਜਿਹੜਾ ਹੈ ਬਡ ਬਣੇ, ਬਡ ਤੋਂ ਫਲਾਰ ਐਂਡ ਫਰੂਟ ਬਣੇ। ਇਹ ਨਾ ਹੋਵੇ ਕਿ ਬਹੁਤ ਜ਼ਿਆਦਾ ਫਰੂਟ ਬਣ ਜਾਏ, ਛੋਟਾ ਫਰੂਟ ਬਣ ਜਾਏ, ਉਹਦੀ ਕੁਆਲਿਟੀ ਵਧੀਆ ਨਾ ਹੋਵੇ, ਠੀਕ ਹੈ, ਇੱਦਾਂ ਹੋ ਜਾਂਦਾ। ਤਾਂ ਇਸ ਕਰਕੇ ਥਿਨਿੰਗ ਆਊਟ ਆਪਰੇਸ਼ਨ ਕੀਤਾ ਜਾਂਦਾ, ਜਿਹਦੇ ਨਾਲ ਜਿਹੜਾ ਹੈ ਸਾਰੇ ਆਪਾਂ ਕਹਿ ਸਕਦੇ ਹਾਂ ਬਰਡਸ ਵਗੈਰਾ ਦੀ ਵੀ ਥਿਨਿੰਗ ਆਊਟ ਹੋ ਜਾਂਦੀ ਆ, ਤਾਂ ਕਿ ਜਿਹੜੇ ਹੈ ਆਪਣਾ ਫਰੂਟ ਥੋੜ੍ਹੇ ਬਣ ਜਾਣ ਬਟ ਅੱਛੀ ਕੁਆਲਿਟੀ ਦੇ ਬਣਨ, ਠੀਕ ਹੈ। ਬੈਟਰ ਕੁਆਲਿਟੀ ਲੈਣ ਵਾਸਤੇ ਜਿਹੜਾ ਥਿਨਿੰਗ ਆਊਟ ਆਪਰੇਸ਼ਨ, ਇਹਨੂੰ ਹੈਡਿੰਗ ਬੈਕ ਵੀ ਕਿਹਾ ਜਾਂਦਾ, ਐਂਡ ਥਿਨਿੰਗ ਆਊਟ ਵੀ ਕਹਿੰਦੇ। ਇਹ ਵੀ ਪ੍ਰੂਨਿੰਗ ਦੇ ਅੰਦਰ ਹੀ ਆਉਂਦਾ, ਕਿ ਇੱਕ ਪ੍ਰੂਨਿੰਗ ਦਾ ਆਪਰੇਸ਼ਨ ਹੀ ਹੈ ਕਿ ਐਕਸਟਰਾ ਜਿਹੜੀਆਂ ਅਨਡਿਜ਼ਾਇਰੇਬਲ ਕੋਈ ਡਿਸੀਜ਼ਡ ਬ੍ਰਾਂਚਿਸ ਹੈਗੀਆਂ, ਉਹ ਆਪਾਂ ਵਿੱਚੋਂ ਜਿਹੜੀਆਂ ਕੱਟ ਦਿੰਦੇ ਹਾਂ, ਠੀਕ ਹੈ। ਇਜ਼ ਆਲਸੋ ਅੰਡਰ ਦਾ ਪ੍ਰੂਨਿੰਗ। ਪ੍ਰੂਨਿੰਗ ਦਾ ਤਰੀਕਾ, ਮੈਥਡ ਹੈ ਇਹ, ਹੈਡਿੰਗ ਬੈਕ ਐਂਡ ਥਿਨਿੰਗ ਆਊਟ। ਉੱਤੋਂ ਹੀ ਜਿਹੜਾ ਹੈ ਟਰੀ ਦਾ ਹੈਡ ਬੈਕ ਕਰ ਦਿੰਦੇ, ਕੱਟ ਦਿੱਤਾ ਜਾਂਦਾ। ਦ ਮੋਸਟ ਕਾਮਨ ਪਿਟ ਸਾਈਜ਼ ਫॉर ਫਰੂਟ ਪਲਾਂਟਿੰਗ। ਫਰੂਟ ਪਲਾਂਟਿੰਗ ਵਾਸਤੇ ਕਾਮਨ ਜਿਹੜਾ ਪਿਟ ਸਾਈਜ਼ ਕਿਹੜਾ ਹੈਗਾ, 1 ਮੀਟਰ ਦਾ, ਠੀਕ ਹੈ। ਲੈਂਥ ਬ੍ਰੈਥ ਐਂਡ ਜਿਹੜਾ ਹੈ ਇਹ 1 ਮੀਟਰ ਦਾ ਰੱਖਣਾ, ਠੀਕ ਹੈ। ਜਿਹੜਾ ਡੂੰਘਾ ਚੌੜਾ ਐਂਡ ਆਪਾਂ ਲੈਂਥ ਬ੍ਰੈਥ ਜਿਹੜਾ ਡੈਪਥ ਹੈਗੀ ਹੈ, ਇਹ ਸਾਰੀ ਜਿਹੜੀ ਹੈ ਉਹਦੀ 1 ਮੀਟਰ ਦਾ ਇੱਕ ਪਿਟ ਤਿਆਰ ਕਰਨਾ, ਗੱਡਾ ਖੋਦਣਾ, ਉਹਦੇ ਵਿੱਚ ਜਿਹੜੀ ਹੈਗੀ ਆ ਫਰੂਟ ਪਲਾਂਟਿੰਗ ਕੀਤੀ ਜਾਂਦੀ ਹੈ, ਠੀਕ ਹੈ। ਮੇਨਲੀ ਜਿਹੜੀ ਫਰੂਟਸ ਦੇ ਵਿੱਚ ਜਿਹੜਾ ਹੈਗਾ ਪਿਟ ਤਿਆਰ ਕੀਤਾ ਜਾਂਦਾ, ਦੈਟ ਇਜ਼ 1 ਮੀਟਰ ਦਾ ਕੀਤਾ ਜਾਂਦਾ। ਓਕੇ, ਜਿਹੜਾ ਆਪਾਂ ਪਿਟ ਤਿਆਰ ਕਰਨਾ ਫਰੂਟ ਪਲਾਂਟਿੰਗ ਕਰਨ ਵਾਸਤੇ, ਕੋਈ ਫਰੂਟ ਟਰੀ ਲਗਾਉਣਾ। ਓਕੇ, ਸੋ 1 ਮੀਟਰ into 1 length, breadth and depth. Okay, now move to next question. ਆਈ ਹੋਪ ਗਾਇਸ ਸਭ ਨੂੰ ਸੈਸ਼ਨ ਬਹੁਤ ਅੱਛਾ ਲੱਗ ਰਿਹਾ ਹੋਏਗਾ, ਐਂਡ ਜੋ ਹੈ ਤੁਸੀਂ ਟੈਲੀਗ੍ਰਾਮ ਚੈਨਲ ਜੁਆਇਨ ਕਰ ਲੈਣਾ, ਤਾਂ ਕਿ ਤੁਹਾਨੂੰ PDFs ਡੇਲੀ ਦੀਆਂ ਅਵੇਲੇਬਲ ਹੋ ਜਾਣ। ਓਕੇ, ਸੋ ਜੋ ਹੈ ਆਪਣਾ CBSE ਐਗਜ਼ਾਮ ਗਰੋ ਐਂਡਰੋਇਡ ਐਪ ਵੀ ਹੈ, ਤੁਸੀਂ ਉਹ ਵੀ ਡਾਊਨਲੋਡ ਕਰ ਸਕਦੇ ਹੋ। ਪ੍ਰੋਪਰ ਜੋ ਕ੍ਰੈਸ਼ ਕੋਰਸਿਸ ਦੀ ਇਨਫੋਰਮੇਸ਼ਨ ਲੈ ਸਕਦੇ ਹੋ, ਐਂਡ ਜਿਹੜੇ ਟੈਸਟ ਸੀਰੀਜ਼ ਹੈ, ਮੌਕ ਟੈਸਟ ਹੈ, ਉਹਨਾਂ ਦੀ ਇਨਫੋਰਮੇਸ਼ਨ ਲੈ ਸਕਦੇ ਹੋ ਤੁਸੀਂ। ਓਕੇ, ਆਈ ਹੋਪ ਸਭ ਨੂੰ ਸੈਸ਼ਨ ਅੱਛਾ ਲੱਗ ਰਿਹਾ ਹੋਏਗਾ। ਯੂ ਗਾਈਜ਼ ਵੈਰੀ ਵੈਲ ਗੋਟ ਇਟ। ਸੋ ਐਨੀ ਡਾਊਟ? ਨਾਓ ਮੂਵ ਟੂ ਅਵਰ ਸੈਸ਼ਨ। द सिंपलेस्ट सिस्टम ऑफ फ्रूट प्लांटिंग। एक सिंपलेस्ट सिस्टम की है फ्रूट प्लांटिंग। देखो, फ्रूट ਨੂੰ ਪਲਾਂਟ ਕਰਨਾ, ਆਪਾਂ ਕੋਈ ਬਾਗ ਲਾਉਣਾ, ਤਾਂ ਬਾਗ ਲਾਉਣ ਲਈ ਨਾ ਆਪਾਂ ਨੂੰ ਇੱਕ ਪ੍ਰੋਪਰ ਕਹਿ ਸਕਦੇ ਹਾਂ ਕਿ ਇੱਕ ਪੈਟਰਨ, ਇੱਕ ਜੋਮੈਟਰੀ ਹੁੰਦੀ ਆ। ਕਿਸੇ ਜੋਮੈਟਰੀ ਦੇ ਵਿੱਚ ਹੀ ਲੱਗਦਾ, ਜਾਂ ਤਾਂ ਸਕੇਅਰ ਸਿਸਟਮ 'ਚ ਲੱਗਦਾ, ਜਾਂ ਰੈਕਟੈਂਗੂਲਰ ਸਿਸਟਮ ਜਾਂ ਟਰਾਇੰਗਲ ਦੇ ਵਿੱਚ, ਜਾਂ ਆਪਾਂ ਕਹਿ ਸਕਦੇ ਹਾਂ ਹੈਕਸਾਗੋਨਲ ਸਿਸਟਮ ਦੇ ਵਿੱਚ। ਇੱਦਾਂ ਦਾ ਕੋਈ ਸਿਸਟਮ ਹੁੰਦਾ, ਜੋਮੈਟਰੀ ਹੁੰਦੀ ਹੈ, ਜਿਹਦੇ ਅਕੋਰਡਿੰਗ ਜਿਹੜੀ ਪਲਾਂਟਿੰਗ ਹੁੰਦੀ ਹੈ। ਸਕੇਅਰ ਸਿਸਟਮ 'ਚ ਇੱਦਾਂ ਹੁੰਦਾ, ਠੀਕ ਹੈ, 4 ਪਲਾਂਟਸ ਜਿਹੜੇ ਐਵੇਂ ਗਰੋ ਕਰਨੇ ਆ, ਇੱਕ ਇੱਥੇ ਬੂਟਾ, ਇੱਕ ਇੱਥੇ ਬੂਟਾ, ਇੱਕ ਇੱਥੇ ਬੂਟਾ, ਇੱਦਾਂ ਮਤਲਬ ਇਸ ਤਰ੍ਹਾਂ ਦਾ ਸਕੇਅਰ ਬਣਾ ਕੇ ਜਿਹੜੀ ਆ ਪਲਾਂਟਿੰਗ ਕੀਤੀ ਜਾਂਦੀ ਹੈ। ਸਿੰਪਲ ਮੈਥਡ ਹੈ ਫਰੂਟ ਪਲਾਂਟਿੰਗ ਦਾ, ਦੈਟ ਇਜ਼ ਸਕੇਅਰ ਸਿਸਟਮ, ਦੈਟ ਇਜ਼ ਸਕੇਅਰ ਸਿਸਟਮ ਆਫ ਪਲਾਂਟਿੰਗ, ਠੀਕ ਹੈ। ਦਿਸ ਇਜ਼ ਨੋਨ ਐਜ਼ ਸਕੇਅਰ ਸਿਸਟਮ ਆਫ ਪਲਾਂਟਿੰਗ। ਓਕੇ, ਤਾਂ ਇਹ ਜਿਹੜਾ ਹੁੰਦਾ ਫਰੂਟ ਪਲਾਂਟਿੰਗ ਦਾ ਤਰੀਕਾ ਹੁੰਦਾ, ਦੈਟ ਇਜ਼ ਸਕੇਅਰ ਸਿਸਟਮ ਆਫ ਪਲਾਂਟਿੰਗ। ਨੈਕਸਟ, in which planting system a tree is planting on a corner of each angle। ਟਰੀ ਨੂੰ ਪਲਾਂਟ ਕੀਤਾ ਜਾਂਦਾ ਕੋਰਨਰ ਆਫ ਈਚ ਐਂਗਲ। ਇਸ ਤਰੀਕੇ ਨਾਲ ਜਿਹੜਾ ਹੈ ਟਰਾਇੰਗਲ ਬਣਾ ਕੇ ਆਪਾਂ ਉਹਨਾਂ ਦੀ ਪਲਾਂਟਿੰਗ ਕਰਦੇ ਹਾਂ। ਪੂਰੇ ਆਪਾਂ
ਬਾਗ ਦੇ ਵਿੱਚ, ਠੀਕ ਹੈ, ਇੱਕ ਤਰ੍ਹਾਂ ਦਾ ਟ੍ਰਾਇੰਗਲ ਸਿਸਟਮ ਆਫ ਪਲਾਂਟਿੰਗ ਅਡੋਪਟ ਕਰਦੇ ਹਾਂ। ਤਾਂ ਟਰੀਜ਼ ਪਲਾਂਟਿੰਗ ਔਨ ਅ ਕੋਰਨਰ ਆਫ ਐਨ ਐਂਗਲ ਦੇ ਕੋਰਨਰਸ ਦੇ ਉੱਪਰ ਤਾਂ ਪਲਾਂਟਿੰਗ ਕੀਤੀ ਜਾਂਦੀ ਹੈ। ਤਾਂ ਇੱਕ ਟ੍ਰਾਇੰਗਲ ਬਣਾ ਕੇ ਜਿਹੜੀ ਪਲਾਂਟਿੰਗ ਕੀਤੀ ਜਾਂਦੀ, ਦਿਸ ਇਜ਼ ਨੋਨ ਐਜ਼ ਟ੍ਰਾਇੰਗੂਲਰ ਸਿਸਟਮ ਆਫ ਪਲਾਂਟਿੰਗ। ਓਕੇ, the filler tree technology is associated with QNX system। ਇੱਕ ਇੱਦਾਂ ਦਾ ਫਿਲਰ ਟਰੀ ਸਿਸਟਮ ਹੁੰਦਾ। ਪਹਿਲਾਂ ਤੁਸੀਂ ਉਹਨਾਂ ਦਾ ਸਕੇਅਰ ਬਣਾ ਲੈਣਾ, ਸਕੇਅਰ ਸਿਸਟਮ ਦੇ ਅਕੋਰਡਿੰਗ ਪਲਾਂਟਿੰਗ ਕਰਨਾ, ਵਿੱਚ ਇੱਕ ਫਿਲਰ ਟਰੀ ਲਾ ਦਿੰਦੇ ਆ, ਠੀਕ ਹੈ। ਦਿਸ ਟਰੀ ਇਜ਼ ਨੋਨ ਐਜ਼ ਫਿਲਰ ਟਰੀ। ਇੱਦਾਂ ਦੀ ਫਿਲਰ ਟਰੀ ਟੈਕਨੋਲੋਜੀ ਆ, ਇਹ ਸਕੇਅਰ ਸਿਸਟਮ ਨਾਲੋਂ ਬਹੁਤ ਜ਼ਿਆਦਾ ਬੈਨੀਫਿਸ਼ੀਅਲ ਸਿਸਟਮ ਹੁੰਦਾ। ਇਹਦੇ ਨਾਲ ਜਿਹੜਾ ਹੈਗਾ ਆਪਣੀ ਜਗ੍ਹਾ ਵੀ ਅੱਛੀ ਤਰੀਕੇ ਨਾਲ ਜਿਹੜੀ ਹੈ ਕੰਜ਼ਰਵ ਹੋ ਜਾਂਦੀ ਆ, ਔਰ ਇਹਦੀ ਆਪਣੀ ਜਿਹੜੀ ਪਲਾਂਟ ਪਾਪੂਲੇਸ਼ਨ ਇਹ ਜ਼ਿਆਦਾ ਆ ਜਾਂਦੀ ਹੈ, ਆਪਣੀ ਜਿਹੜਾ ਹੈ ਯੀਲਡ ਆਪਣੀ ਵੱਧ ਨਿਕਲਦੀ ਹੈ। ਤਾਂ ਇਹ ਜਿਹੜਾ ਤੁਸੀਂ ਵਿਚਾਲੇ ਫਿਲਰ ਸਿਸਟਮ ਵਾਲਾ ਟਰੀ ਲਗਾਉਣਾ, ਉਹ ਇੱਦਾਂ ਦਾ ਲਗਾਉਣਾ ਕਿ ਉਹ ਆਪਣੀ ਛੋਟੇ ਟਾਈਮ ਡਿਊਰੇਸ਼ਨ ਦਾ ਲਾਈਫ ਸਾਈਕਲ ਉਹਦਾ ਛੋਟਾ ਹੋਵੇ, ਜਲਦੀ 2-3 ਸਾਲਾਂ ਦੇ ਵਿੱਚ ਹੀ ਇਹ ਜਿਹੜਾ ਹੈ ਫਰੂਟਿੰਗ ਦੇਣ ਲੱਗ ਜੇ। ਵਧੀਆ ਇਹਨਾਂ ਦੀ ਜਿਹੜੀ ਹੈ ਸਾਲ ਦੇ ਵਿੱਚ ਵੀ ਜਿਹੜੀ ਫਰੂਟਿੰਗ ਦੇਣ ਵਾਲੇ ਆਉਂਦੇ ਆ, ਤਾਂ ਉਹ ਵਧੀਆ ਮਤਲਬ ਸਾਲ ਤੋਂ ਬਾਅਦ ਉਹਦੀ ਫਰੂਟ ਦੇਣ ਲੱਗ ਜੇ। ਇਹ ਜਿੰਨੀ ਦੇਰ ਤੱਕ ਜਿਹੜੇ ਬਾਕੀ ਦੇ ਟਰੀਜ਼ ਹੈ ਉਹ ਮੈਚਿਓਰ ਨਹੀਂ ਹੁੰਦੇ, ਉਦੋਂ ਪਹਿਲਾਂ ਉਹਨਾਂ ਦਾ ਰਿਪਰੋਡਕਟਿਵ ਸਟੇਜ ਨਹੀਂ ਆਉਂਦਾ, ਇਹਨਾਂ ਦਾ ਜਿਹੜਾ ਹੈ ਫਰੂਟਿੰਗ ਨਹੀਂ ਹੁੰਦੀ, ਉਦੋਂ ਪਹਿਲਾਂ ਅੰਦਰ ਵਾਲੇ ਟਰੀਜ਼ ਦੀ ਫਰੂਟਿੰਗ ਵਗੈਰਾ ਹੋਣੀ ਸ਼ੁਰੂ ਹੋ ਜਾਂਦੀ ਹੈ। ਪਪਾਇਆ ਵਗੈਰਾ ਇੱਥੇ ਮੇਨਲੀ ਲਗਾਇਆ ਜਾਂਦਾ, ਠੀਕ ਹੈ, ਜਲਦੀ ਫਰੂਟਿੰਗ ਹੋ ਜਾਂਦੀ ਹੈ ਉਹਦੀ। ਐਂਡ ਆਹ ਵਾਲੇ ਹਲੇ ਰਿਪਰੋਡਕਟਿਵ ਸਟੇਜ 'ਤੇ ਆਪਦੇ ਆਏ ਵੀ ਨਹੀਂ ਹੁੰਦੇ, ਕਿ ਹਲੇ ਵੈਜੀਟੇਟਿਵ ਸਟੇਜ 'ਤੇ ਹਲੇ ਪੱਤੇ ਪੁੱਤੇ ਹੀ ਕੱਢੀ ਜਾਂਦੇ ਹੁੰਦੇ, ਟਰੀ ਦੀ ਬਣਾਈ ਜਾਂਦੇ ਹੁੰਦੇ ਆ, ਹਲੇ ਉਹਨਾਂ ਨੇ ਫਰੂਟਿੰਗ ਦੇ ਉੱਤੇ ਨਹੀਂ ਆਏ ਹੁੰਦੇ। ਤਾਂ ਉਦੋਂ ਪਹਿਲਾਂ ਹੀ ਜਿਹੜਾ ਟਰੀ ਆਪਦੀ ਫਰੂਟਿੰਗ ਦੇਣੀ ਸ਼ੁਰੂ ਕਰ ਦਿੰਦਾ, ਠੀਕ ਹੈ। ਤਾਂ ਜਦੋਂ ਇਹ ਜਿਹੜਾ ਹੈ ਅੱਛੀ ਜਿਹੜੀ ਹੈ ਆਪਣੀ ਫਰੂਟਿੰਗ ਦੇਣ ਲੱਗ ਜਾਂਦਾ, ਇਹਨਾਂ ਟਰੀਜ਼ ਨੂੰ ਜਿਹੜੀ ਹਾਲੇ ਇਹ ਇਫੈਕਟ ਕੋਈ ਨਹੀਂ ਕਰਦਾ। ਤਾਂ ਇੱਦਾਂ ਦਾ ਸਿਸਟਮ ਜਿਹੜਾ ਹੁੰਦਾ, ਅੰਦਰ ਆਪਾਂ ਇੱਕ ਫਿਲਰ ਟਰੀ ਲਗਾਉਂਦੇ ਹਾਂ, ਦੈਟ ਇਜ਼ ਨੋਨ ਐਜ਼ ਕੁਇਨੈਕਸ ਸਿਸਟਮ। ਇਹ ਕੁਇਨੈਕਸ ਸਿਸਟਮ ਹੈ। ਓਕੇ, so this is queenex system, that is filler tree technology. Next, a pruning process in which a circular ring of bark measuring 3 ਸੈਂਟੀਮੀਟਰ ਲੈਂਥ ਰਿਮੂਵ ਕੀਤੀ ਜਾਂਦੀ ਹੈ। ਮਤਲਬ ਕੋਈ ਟਰੀ ਹੈ ਉਹਦੇ ਤੋਂ 3 ਸੈਂਟੀਮੀਟਰ ਦੀ ਜਿਹੜੀ ਹੈ ਲੈਂਥ ਦੀ ਬਾਰਕ ਉੱਤੋਂ ਜਿਹੜੀ ਹੈ ਰਿਮੂਵ ਕਰ ਦਿੱਤੀ ਜਾਂਦੀ ਹੈ, ਠੀਕ ਹੈ। ਟਰੀ ਦੇ ਉੱਪਰੋਂ 3 ਸੈਂਟੀਮੀਟਰ ਦੀ ਲੈਂਥ ਦੀ ਜਿਹੜੀ ਬਾਰਕ ਹੈ ਉਹ ਰਿਮੂਵ ਕਰ ਦਿੱਤੀ ਜਾਂਦੀ ਹੈ। ਇਹ ਕਿਉਂ ਕੀਤਾ ਜਾਂਦਾ? ਇੱਕ ਤਰ੍ਹਾਂ ਦਾ ਪਲਾਂਟ ਨੂੰ ਆਪਾਂ ਕਹਿੰਦੇ ਹਾਂ ਉਹਨੂੰ ਝਟਕਾ ਦੇਣ ਵਾਸਤੇ, ਠੀਕ ਹੈ, ਤਾਂ ਕਿ ਉਹ ਆਪਦੀ ਬਲੂਮਿੰਗ ਸਟਾਰਟ ਕਰ ਦੇ। ਐਂਡ ਬਲੂਮਿੰਗ ਜਿਹੜੀ ਹੈ ਇਨੀਸ਼ੀਏਟ ਕਰਦੇ ਆਪਦੀ ਬਹੁਤ ਅੱਛੀ ਤਰੀਕੇ ਨਾਲ ਉਹਦੀ ਬਲੂਮਿੰਗ ਹੋਵੇ, ਠੀਕ ਹੈ, ਉਹਦੀ ਫਲਾਵਰਿੰਗ ਉਹ ਜਿਹੜੇ ਹੈ ਆਪਦੀ ਫਲਾਵਰਿੰਗ ਸਟੇਜ 'ਤੇ ਆ ਜਾਏ, ਉਹਦੋਂ ਬਾਅਦ ਫਰੂਟਿੰਗ ਆਪਾਂ ਨੂੰ ਮਿਲ ਜਾਵੇ। ਤਾਂ ਇੱਕ ਤਰ੍ਹਾਂ ਦਾ ਪਲਾਂਟ ਨੂੰ ਝਟਕਾ ਦਿੰਦੇ ਆ, ਉਹਦੀ ਗਿਡਲਿੰਗ ਕਰ ਦਿੰਦੇ, ਰਿੰਗਿੰਗ ਕੀਤੀ ਜਾਂਦੀ ਹੈ। ਤਾਂ ਉਹਦੇ ਨਾਲ ਪਲਾਂਟ ਨੂੰ ਝਟਕਾ ਮਿਲ ਜਾਂਦਾ, ਆਪਦੀ ਜਿਹੜੀ ਫਲਾਵਰਿੰਗ ਉਹ ਸਟਾਰਟ ਕਰ ਦਿੰਦਾ, ਬਲੂਮਿੰਗ ਸਟਾਰਟ ਕਰ ਦਿੰਦਾ। ਜਿਹੜੀ ਨਿਊਟਰੈਂਟਸ ਹੁੰਦੇ ਆ ਉੱਤੇ ਨੂੰ ਇਨੀਸ਼ੀਏਟ ਹੋਣ ਲੱਗ ਜਾਂਦੇ, ਕਿ ਅੱਪਰ ਸਰਫੇਸ ਦੇ ਉੱਪਰ ਨਿਊਟਰੈਂਟਸ ਜਾਣ ਲੱਗ ਜਾਂਦੇ, ਥੱਲੇ ਦੀ ਬਜਾਏ ਉੱਤੇ ਜਾਣ ਲੱਗ ਜਾਂਦੇ ਆ, ਤਾਂ ਕਿ ਜਿਹੜੀ ਆ ਆਪਣੀ ਹੁਣ ਬੱਡ ਬਣ ਜਾਵੇ, ਐਂਡ ਬੱਡ ਤੋਂ ਜਿਹੜੀ ਆ ਆਪਣੀ ਪ੍ਰੋਪਰ ਫਲਾਵਰਿੰਗ ਫਰੂਟਿੰਗ ਹੋ ਜਾਵੇ। ਓਕੇ ਗਾਈਜ਼, ਦੈਟ ਇਜ਼ ਮੈਥਡ ਹੁੰਦਾ ਗਿਡਲਿੰਗ ਦਾ। ਰਿੰਗਿੰਗ ਕੀਤੀ ਜਾਂਦੀ ਆ ਕਿ 3 ਸੈਂਟੀਮੀਟਰ ਦੀ ਜਿਹੜੀ ਬਾਰਕ ਹੈ, ਜਿਹੜੀ ਰਿੰਗ ਸਰਕੂਲਰ ਰਿੰਗ ਜਿਹੜੀ ਆ ਉਹ ਰਿਮੂਵ ਕੀਤੀ ਜਾਂਦੀ ਹੈ। ਨੈਕਸਟ, ਵਿਚ ਫਰੂਟ ਹੈਜ਼ ਦਾ ਹਾਈਐਸਟ ਵਿਟਾਮਿਨ ਏ। ਕਿਹੜਾ ਫਰੂਟ ਹੈ ਜਿਹਦਾ ਸਭ ਤੋਂ ਜ਼ਿਆਦਾ ਵਿਟਾਮਿਨ ਏ ਆਪਾਂ ਨੂੰ ਦਿੰਦਾ? ਤਾਂ ਮੈਂਗੋ ਇੱਦਾਂ ਦਾ ਫਰੂਟ ਹੈ ਜਿਹੜਾ ਸਭ ਤੋਂ ਜ਼ਿਆਦਾ ਆਪਾਂ ਨੂੰ ਜਿਹੜਾ ਵਿਟਾਮਿਨ ਏ ਪ੍ਰੋਵਾਈਡ ਕਰਦਾ। ਵਿਟਾਮਿਨ ਏ ਦਾ ਸੋਰਸ ਵੈਸੇ ਹੋਰ ਵੀ ਫਰੂਟ ਹੁੰਦੇ ਆ, ਪਪੀਤਾ ਵੀ ਅੱਛਾ ਸੋਰਸ ਹੈ ਵਿਟਾਮਿਨ ਏ ਦਾ, ਓਕੇ, ਆਮਲਾ ਵੀ, ਐਂਡ ਕੈਰਟਸ ਵਗੈਰਾ ਹੈ ਉਹ ਵੀ ਅੱਛੇ ਸੋਰਸ ਹੈ ਵਿਟਾਮਿਨ ਦੇ। ਬਟ ਜਿਹੜਾ ਮੈਂਗੋ ਹੈ ਉਹ ਸਭ ਤੋਂ ਅੱਛਾ ਸੋਰਸ ਹੈ ਵਿਟਾਮਿਨ ਏ ਦਾ। ਓਕੇ, ਮੈਂਗੋ। ਮੈਂਗੋ ਇਜ਼ ਆਲਸੋ ਨੋਨ ਐਜ਼, ਮੈਂਗੋ ਨੂੰ ਹੋਰ ਕੀ ਕਿਹਾ ਜਾਂਦਾ? ਕਿੰਗ ਆਫ ਫਰੂਟਸ ਕਿਹਾ ਜਾਂਦਾ ਮੈਂਗੋ ਨੂੰ, ਠੀਕ ਹੈ। ਮੈਂਗੋ ਇਜ਼ ਆਲਸੋ ਨੋਨ ਐਜ਼ ਕਿੰਗ ਆਫ ਫਰੂਟਸ, ਫਰੂਟਸ ਦਾ ਰਾਜਾ, ਨੈਸ਼ਨਲ ਫਰੂਟ ਐਂਡ ਬਾਥਰੂਮ ਫਰੂਟ। ਆਹ ਵਾਲਾ ਇਹਨਾਂ ਨੂੰ ਕਹਿੰਦਾ ਕਿੰਗ ਆਫ ਫਰੂਟਸ ਕਿਹਾ ਜਾਂਦਾ, ਨੈਸ਼ਨਲ ਫਰੂਟ ਕਿਹਾ ਜਾਂਦਾ, ਐਂਡ ਬਾਥਰੂਮ ਫਰੂਟ ਕਿਹਾ ਜਾਂਦਾ ਮੈਂਗੋ ਨੂੰ। ਓਕੇ, ਕਿੰਗ ਆਫ ਫਰੂਟਸ ਆਪਣਾ ਨੈਸ਼ਨਲ ਫਰੂਟ ਹੈ ਮੈਂਗੋ, ਐਂਡ ਬਾਥਰੂਮ ਫਰੂਟ। ਨੈਕਸਟ, ਦਾ ਬੋਟੈਨੀਕਲ ਨੇਮ ਆਫ ਮੈਂਗੋ। ਦੇਖੋ ਜਿੰਨੇ ਵੀ ਫਰੂਟਸ ਹੈ, ਚਾਹੇ ਵੈਜੀਟੇਬਲਸ ਹੈ, ਚਾਹੇ ਆਪਣਾ ਕਹਿ ਸਕਦੇ ਹਾਂ ਕਰੋਪਸ ਹੈ, ਸਭ ਦਾ ਇੱਕ ਕਾਮਨ ਨੇਮ ਹੁੰਦਾ, ਇੱਕ ਬੋਟੈਨੀਕਲ ਨੇਮ ਹੁੰਦਾ। ਤਾਂ ਕਾਮਨ ਨੇਮ ਤਾਂ ਜਿਵੇਂ ਇਹਦਾ ਮੈਂਗੋ ਹੈ, ਠੀਕ ਹੈ, ਤਾਂ ਇਹਦਾ ਜਿਹੜਾ ਬੋਟੈਨੀਕਲ ਨੇਮ ਹੈ ਦੈਟ ਇਜ਼ ਮੈਂਗੀਫੇਰਾ ਇੰਡੀਕਾ। ਮੈਂਗੀਫੇਰਾ ਇੰਡੀਕਾ
Mangifera indica is the botanical name of mango and common name is mango, and ਜਿਹੜਾ ਹੈ the botanical name is Mangifera indica. Mangifera indica. Okay guys, ਤੁਸੀਂ ਇਹ ਧਿਆਨ ਨਾਲ ਜਿਹੜੇ ਕੁਐਸਚਨਸ ਪ੍ਰੋਪਰ ਤਰੀਕੇ ਨਾਲ ਅਟੈਂਪਟ ਕਰਨਾ ਹੈ। ਤੁਹਾਡੇ ਐਗਜ਼ਾਮ ਓਰੀਐਂਟਿਡ ਕੁਐਸਚਨਸ ਹੈ, ਕਈ ਵਾਰ ਕਾਮਨ ਨੇਮ ਆ ਜਾਂਦਾ, ਕਈ ਵਾਰ ਬੋਟੈਨੀਕਲ ਨੇਮ ਆ ਜਾਂਦਾ, ਤਾਂ ਇਹ ਜਿਹੜਾ ਹੈ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੈ। ਨੈਕਸਟ, ਹਾਈ ਡੈਂਸਿਟੀ ਪਲਾਂਟਿੰਗ 2.5 ਮੀਟਰ ਇੰਟੂ 2.5 ਮੀਟਰ, 2.5 ਮੀਟਰ ਦੀ ਜਿਹੜੀ ਹਾਈ ਡੈਂਸਿਟੀ ਪਲਾਂਟਿੰਗ ਹੁੰਦੀ ਹੈ ਕਿ ਸਿਰਫ ਉਹਨਾਂ ਦੇ ਵਿੱਚ ਰੋਡ ਟੂ ਰੋਡ ਡਿਸਟੈਂਸ ਹੈ ਜਿਹੜਾ ਉਹ ਵੀ 2.5 ਸੈਂਟੀਮੀਟਰ ਦਾ ਰੱਖਣਾ ਹੈ, ਜਿਹੜਾ ਪਲਾਂਟ ਟੂ ਪਲਾਂਟ ਡਿਸਟੈਂਸ ਹੈ ਉਹ ਵੀ 2.5 ਸੈਂਟੀਮੀਟਰ ਦਾ ਰੱਖਣਾ। ਇੱਦਾਂ ਦੀ ਪਲਾਂਟਿੰਗ ਕੀਤੀ ਜਾਂਦੀ ਹੈ ਮੈਂਗੋ ਦੇ ਵਿੱਚ। ਹਾਈ ਡੈਂਸਿਟੀ ਪਲਾਂਟਿੰਗ ਹੁੰਦੀ ਹੈ ਕਿ ਤੁਸੀਂ ਵੱਧ ਤੋਂ ਵੱਧ ਜਿਹੜੇ ਬੂਟੇ ਹੈ ਇੱਕ ਆਪਾਂ ਕਹਿ ਸਕਦੇ ਹਾਂ ਬਾਗ ਦੇ ਅੰਦਰ ਲੈਣੇ ਆ, ਠੀਕ ਹੈ, ਵੱਧ ਤੋਂ ਵੱਧ ਬੂਟੇ ਲੈਣੇ ਹੁੰਦੇ ਆ ਔਰ ਹਾਈ ਡੈਂਸਿਟੀ ਪਲਾਂਟਿੰਗ ਕਰਨੀ ਹੁੰਦੀ ਹੈ ਕਿ ਉਹਨਾਂ ਦੇ ਵਿੱਚ ਸਪੇਸਿੰਗ ਘੱਟ ਰੱਖਣੀ ਹੁੰਦੀ ਆ। ਐਂਡ ਜਿਵੇਂ ਤੇ 2.5 ਮੀਟਰ ਦੀ ਸਪੇਸਿੰਗ ਰੱਖੀ ਹੈ ਰੋਡ ਟੂ ਰੋਡ ਵੀ ਅਤੇ ਪਲਾਂਟ ਟੂ ਪਲਾਂਟ ਵੀ, ਮਤਲਬ ਸਪੇਸਿੰਗ ਘੱਟ ਰੱਖ ਕੇ ਐਂਡ ਬੂਟੇ ਜਿਹੜੇ ਆ ਇੱਕ ਬਾਗ 'ਚੋਂ ਵੱਧ ਤੋਂ ਵੱਧ ਲੈਣੇ ਹੁੰਦੇ ਆ। ਔਰ ਇਹਦੇ ਵਿੱਚ ਇੱਦਾਂ ਦੀ ਵਰਾਇਟੀ ਲਗਾਈ ਜਾਂਦੀ ਹੈ ਕਿ ਜਿਹੜੀ ਛੋਟੇ ਸਾਈਜ਼ ਦੀ ਹੁੰਦੀ ਆ, ਡਵਾਰਫ ਟਾਈਪ ਦੀ ਵਰਾਇਟੀ ਹੁੰਦੀ ਆ, ਠੀਕ ਹੈ, ਛੋਟੀ ਸਾਈਜ਼ ਦੀ ਵਰਾਇਟੀ ਹੁੰਦੀ ਆ, ਉਹ ਜਿਹੜੇ ਹੁੰਦੇ ਆ ਦੈਟ ਇਜ਼ ਨੋਨ ਐਜ਼ ਹਾਈ ਡੈਂਸਿਟੀ ਪਲਾਂਟਿੰਗ। ਕਿ ਤੁਸੀਂ ਛੋਟੇ ਪਲਾਂਟਸ ਜਿਹੜੇ ਹੈ ਲਗਾਓ ਜਿਹੜੇ ਬਹੁਤੇ ਜ਼ਿਆਦਾ ਜਿਨ੍ਹਾਂ ਦੀ ਆਪਾਂ ਲੰਬੇ ਨਹੀਂ ਹੁੰਦੇ, ਗਰੋਥ ਨਹੀਂ ਹੁੰਦੇ, ਛੋਟੇ ਹੀ ਰਹਿੰਦੇ ਆ ਹਾਈ, ਔਰ ਉਹਨਾਂ ਦੇ ਜਿਹੜੇ 'ਚ ਸਪੇਸਿੰਗ ਤੁਸੀਂ ਘੱਟ 'ਤੇ ਲਗਾਓ ਤਾਂ ਕਿ ਜਿਹੜੇ ਤੁਸੀਂ ਵੱਧ ਤੋਂ ਵੱਧ ਜਿਹੜੇ ਇੱਕ ਬਾਗ ਦੇ ਅੰਦਰ ਬੂਟੇ ਅਕੋਮੋਡੇਟ ਕਰ ਸਕੋ। ਸੋ ਇਹ 2.5 ਮੀਟਰ ਦੀ ਜਿਹੜੀ ਜਗ੍ਹਾ ਦੇ ਵਿੱਚ ਰੱਖੀ ਜਾਂਦੀ ਹੈ ਮੈਂਗੋ ਦੇ ਵਿੱਚ। ਜਦੋਂ ਆਪਾਂ ਹਾਈ ਡੈਂਸਿਟੀ ਪਲਾਂਟਿੰਗ ਕਰਦੇ ਹਾਂ ਤਾਂ ਉਦੋਂ ਕਿਹੜੀ ਵਰਾਇਟੀ ਲਾਈ ਜਾਂਦੀ ਹੈ, ਠੀਕ ਹੈ, ਹਾਈ ਡੈਂਸਿਟੀ ਪਲਾਂਟਿੰਗ ਦੇ ਵਿੱਚ ਆਪਾਂ ਅਮਰਾਪਲੀ ਵਰਾਇਟੀ ਲਗਾਉਂਦੇ ਹਾਂ ਜਿਹੜੀ ਡਵਾਰਫ ਟਾਈਪ ਦੀ ਵਰਾਇਟੀ ਹੈ, ਠੀਕ ਹੈ, ਸਾਈਜ਼ ਇਹਨਾਂ ਦਾ ਛੋਟਾ ਹੀ ਹੈ, ਤਾਂ ਦੈਟ ਇਜ਼ ਡਵਾਰਫ ਟਾਈਪ ਆਫ ਵਰਾਇਟੀ। ਹਾਈ ਡੈਂਸਿਟੀ ਪਲਾਂਟਿੰਗ ਕੀਤੀ ਜਾਂਦੀ ਹੈ 2.5 ਮੀਟਰ ਦੀ ਅਮਰਾਪਲੀ ਵਰਾਇਟੀ। ਅਮਰਾਪਲੀ ਵਰਾਇਟੀ ਹੈ ਦੈਟ ਇਜ਼ ਡਵਾਰਫ ਟਾਈਪ ਆਫ ਵਰਾਇਟੀ। ਸਵੀਟੈਸਟ ਵਰਾਇਟੀ ਆਫ ਮੈਂਗੋ, ਮੈਂਗੋ ਦੀ ਸਭ ਤੋਂ ਜ਼ਿਆਦਾ ਸਵੀਟ ਵਰਾਇਟੀ ਆਪਾਂ ਕਹਿ ਸਕਦੇ ਹਾਂ, ਮਿੱਠੀ ਵਰਾਇਟੀ ਕਿਹੜੀ ਆ, ਬਾਕੀ ਮਿੱਠੀਆਂ ਨਹੀਂ ਹੁੰਦੀਆਂ। ਸਵੀਟੈਸਟ ਟਾਈਪ ਆਫ ਵਰਾਇਟੀ ਮੈਂਗੋ ਦੀ ਦੈਟ ਇਜ਼ ਚੌਸਾ। ਚੌਸਾ ਇੱਦਾਂ ਦੀ ਵਰਾਇਟੀ ਹੈ ਜਿਹੜੀ ਸਭ ਤੋਂ ਸਵੀਟ ਟਾਈਪ ਦੀ ਵਰਾਇਟੀ ਹੈ ਐਂਡ ਮਿੱਠੀ ਟਾਈਪ ਦੀ ਵਰਾਇਟੀ ਹੈ, ਸਭ ਤੋਂ ਜ਼ਿਆਦਾ ਸਵੀਟ ਹੈ ਮੈਂਗੋ ਦੀ ਦੈਟ ਇਜ਼ ਚੌਸਾ, ਯਾਦ ਰੱਖਣੀ ਹੈ ਚੌਸਾ। ਹੋਰ ਵੀ ਬਹੁਤ ਸਾਰੀ ਹੁੰਦੀ ਹੈ, ਲੰਗੜਾ ਹੁੰਦੀ ਹੈ, ਨੀਲਮ ਰਤਨਾ ਹੈ ਨਾ, ਅਲਫੋਂਸੋ, ਅਮਰਾਪਲੀ, ਬਟ ਜਿਹੜੀ ਚੌਸਾ ਵਰਾਇਟੀ ਹੈ ਸਭ ਤੋਂ ਜ਼ਿਆਦਾ ਸਵੀਟ ਹੈ। ਨੈਕਸਟ, ਰੈਗੂਲਰ ਬੀਰਿੰਗ ਵਰਾਇਟੀ ਆਫ ਮੈਂਗੋ। ਦੇਖੋ ਆਪਾਂ ਮੈਂਗੋ ਦੇ ਵਿੱਚ ਮੇਨਲੀ ਅਲਟਰਨੇਟ ਬੀਰਿੰਗ ਦੇਖੀ ਜਾਂਦੀ ਹੈ ਕਿ ਇੱਕ ਸਾਲ ਤਾਂ ਬਹੁਤ ਜ਼ਿਆਦਾ ਫਰੂਟਿੰਗ ਹੋ ਜੂਗੀ ਐਂਡ ਅਗਲੇ ਸਾਲ ਜਿਹੜਾ ਹੈ ਬਹੁਤ ਘੱਟ ਨਾ ਦੇ ਬਰਾਬਰ ਫਰੂਟਿੰਗ ਹੁੰਦੀ ਹੈ, ਠੀਕ ਹੈ। ਇਹ ਮੈਂਗੋ ਦੇ ਵਿੱਚ ਬਹੁਤ ਸਾਰੀਆਂ ਇੱਦਾਂ ਦੀਆਂ ਵਰਾਇਟੀਆਂ ਜਿਹੜੀ ਅਲਟਰਨੇਟ ਬੀਰਿੰਗ ਕਰਦੀਆਂ, ਪਰ ਕੁਝ ਹੁਣ ਵਰਾਇਟੀਜ਼ ਇੱਦਾਂ ਦੀਆਂ ਤਿਆਰ ਕੀਤੀਆਂ ਕਿ ਜਿਹੜੀਆਂ ਰੈਗੂਲਰ ਬੀਰਿੰਗ ਹੋਣ ਲੱਗ ਗਈਆਂ, ਉਹਨਾਂ ਦੀ ਹਰ ਸਾਲ ਜਿਹੜੀ ਹੈ ਬੈਲੈਂਸਡ ਗਰੋਥ ਹੋ ਜਾਂਦੀ ਹੈ, ਠੀਕ ਹੈ। ਪਹਿਲਾਂ ਤਾਂ ਇੱਦਾਂ ਹੁੰਦਾ ਸੀ ਇੱਕ ਸਾਲ ਤਾਂ ਬਹੁਤ ਜ਼ਿਆਦਾ ਕੁਆਂਟਿਟੀ 'ਚ ਗਰੋਥ, ਅਗਲੇ ਸਾਲ ਕੁਛ ਵੀ ਨਹੀਂ। ਤਾਂ ਹੁਣ ਇੱਦਾਂ ਦੀਆਂ ਵਰਾਇਟੀਜ਼ ਤਿਆਰ ਹੋ ਗਈਆਂ ਕਿ ਕੁਛ ਜਿਹੜੀਆਂ ਰੈਗੂਲਰ ਬੀਰਿੰਗ ਵਰਾਇਟੀਜ਼ ਆ ਕਿ ਜਿਹੜਾ ਹੈ ਉਹ ਆਪਦੀ ਬੈਲੈਂਸਡ ਗਰੋਥ ਦਿੰਦੀ ਹੈ, ਇੱਕ ਸਾਲ ਵੀ ਬੈਲੈਂਸਡ ਗਰੋਥ, ਅਗਲੇ ਸਾਲ ਵੀ ਬੈਲੈਂਸਡ ਗਰੋਥ, ਬਹੁਤ ਜ਼ਿਆਦਾ ਜਿਹੜਾ ਇੱਕ ਸਾਲ 'ਚ ਨਹੀਂ ਦਿੰਦੀਆਂ। ਤਾਂ ਉਹਨਾਂ ਵਿੱਚ ਬੈਲੈਂਸ ਗਰੋਥ ਹੈ ਕਿ ਰੈਗੂਲਰ ਬੀਰਿੰਗ ਵਰਾਇਟੀ ਹੈ ਕਿ ਹਰ ਸਾਲ ਉਹਨਾਂ ਨੇ ਜਿਹੜੀ ਹੈ ਬੀਰਿੰਗ ਕਰਨੀ ਹੈ, ਜਿਹੜੀ ਆਪਣੇ ਫਰੂਟਿੰਗ ਦੇਣੀ ਹੀ ਦੇਣੀ ਆ। ਤਾਂ ਉਹ ਕੁਛ ਵਰਾਇਟੀ ਹੈ ਰਤਨਾ, ਨੀਲਮ, ਹਿਮਸਾਗਰ, ਗੁਲਾਬ ਖਾਸ, ਪਿਆਰੀ ਐਂਡ ਤੋਤਾਪਰੀ। ਆਹ ਜਿਹੜੀ ਵਰਾਇਟੀਜ਼ ਹੈਗੀਆਂ ਦੇਖੋ ਇਹ ਸਾਰੀਆਂ ਜਿਹੜੀਆਂ ਆਪਾਂ ਗੱਲ ਕੀਤੀਆਂ ਇਹ ਰੈਗੂਲਰ ਬੀਰਿੰਗ ਵਰਾਇਟੀਜ਼ ਹੈ ਮੈਂਗੋ ਦੀਆਂ। ਓਕੇ, ਦੈਟ ਆਰ ਰੈਗੂਲਰ ਬੀਰਿੰਗ ਵਰਾਇਟੀਜ਼ ਆਫ ਮੈਂਗੋ। ਆਈ ਹੋਪ ਸਭ ਨੂੰ ਸੈਸ਼ਨ ਬਹੁਤ ਅੱਛਾ ਲੱਗ ਰਿਹਾ ਹੋਏਗਾ ਐਂਡ ਬਹੁਤ ਅੱਛੇ ਤਰੀਕੇ ਨਾਲ ਸਮਝ ਆ ਰਿਹਾ ਹੋਏਗਾ ਗਾਈਜ਼। ਅਗਰ ਤੁਹਾਨੂੰ ਕਿਤੇ ਵੀ ਡਾਊਟ ਆ ਰਿਹਾ ਤਾਂ ਪਲੀਜ਼ ਤੁਸੀਂ ਪੋਜ਼ ਕਰਕੇ ਬੈਕ ਕਰਕੇ ਐਂਡ ਦੈਨ ਤੁਸੀਂ ਦੁਬਾਰਾ ਤੋਂ ਦੇਖ ਸਕਦੇ ਹੋ ਅੱਛੇ ਤਰੀਕੇ ਨਾਲ। ਹਰ ਕੁਐਸਚਨ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਬਰੀਫ ਤਰੀਕੇ ਨਾਲ ਤੁਹਾਨੂੰ ਸਮਝਾਇਆ ਜਾਂਦਾ ਕਿ ਉਹਦੇ ਬਿਹਾਈਂਡ ਕੀ ਮੈਕੈਨਿਜ਼ਮ ਹੈ, ਠੀਕ ਹੈ, ਕੀ ਰੀਜ਼ਨ ਹੈ ਉਹ ਦੱਸਿਆ ਜਾਂਦਾ। ਨੈਕਸਟ ਕੁਐਸਚਨ, ਸੀਡਲੈਸ ਵਰਾਇਟੀ ਆਫ ਮੈਂਗੋ। ਮੈਂਗੋ ਦੀ ਇੱਕ ਸੀਡਲੈਸ ਵਰਾਇਟੀ, ਦੇਖੋ ਮੈਂਗੋ ਦੀਆਂ ਇੱਦਾਂ ਦੀਆਂ ਵਰਾਇਟੀਜ਼ ਤਿਆਰ ਕੀਤੀਆਂ ਗਈਆਂ, ਮੈਂਗੋ ਈਵਨ ਕਿ ਸਾਰੇ ਫਰੂਟਸ ਦੀਆਂ ਇੱਦਾਂ ਦੀਆਂ ਵਰਾਇਟੀਜ਼ ਤਿਆਰ ਕੀਤੀਆਂ ਜਾਂਦੀਆਂ ਜਿਹੜੀਆਂ ਸੀਡਲੈਸ ਬਣਾਈਆਂ ਜਾਂਦੀਆਂ। ਇਹ ਜਾਣ ਕੇ ਜਿਹੜੀਆਂ ਜੈਨੇਟਿਕ ਇੰਜੀਨੀਅਰਿੰਗ ਪ੍ਰੋਸੈਸ ਦੇ ਨਾਲ ਇੱਕ ਇੰਪਰੂਵਡ ਵਰਾਇਟੀਜ਼ ਤਿਆਰ ਕੀਤੀਆਂ ਜਾਂਦੀਆਂ ਕਿ ਉਹਨਾਂ ਦੇ ਵਿੱਚ ਇੱਕ ਤਰੀਕੇ ਨਾਲ ਆਪਾਂ ਸੀਡ ਖਤਮ ਕਰਨਾ, ਠੀਕ ਹੈ।
ਵਾਟਰਮੈਲਨ ਦੇ ਵਿੱਚ ਵੀ ਹੁੰਦਾ, ਬਨਾਨਾ ਦੇ ਵਿੱਚ ਥੋਮਸਨ ਵਰਾਇਟੀ ਹੁੰਦੀ ਆ। ਤਾਂ ਇੱਦਾਂ ਦੀਆਂ ਜਿਹੜੀਆਂ ਸਾਰੀਆਂ ਆਪਾਂ ਇੱਦਾਂ ਦੀਆਂ ਵਰਾਇਟੀਜ਼ ਤਿਆਰ ਕਰਨੀਆਂ ਕਿਹਦੇ ਵਿੱਚ ਸੀਡਲੈਸ ਵਰਾਇਟੀਜ਼ ਤਿਆਰ ਕਰਨੀਆਂ ਕਿ ਉਹਦੇ ਵਿੱਚ ਜਿਹੜਾ ਹੈ ਬੀ ਨਾ ਪਾਇਆ ਜਾਵੇ, ਸੀਡ ਆਪਾਂ ਨੂੰ ਨਾ ਮਿਲੇ, ਸਿਰਫ ਅੰਦਰ ਪਲਪ ਮਿਲੇ। ਤਾਂ ਦੈਟ ਇੱਦਾਂ ਦੀ ਵਰਾਇਟੀ ਮੈਂਗੋ ਦੀ ਹੈ ਜਿਹੜੀ ਸਿੰਧੂ ਵਰਾਇਟੀ ਮੈਂਗੋ ਦੀ ਯਾਦ ਰੱਖਣੇ, ਬਹੁਤ ਇੰਪੋਰਟੈਂਟ ਕੁਐਸਚਨ ਹੈ ਗਾਈਜ਼। ਰਿਮੈਂਬਰ ਆਲਵੇਜ਼ ਕਿ ਸਿੰਧੂ ਇੱਦਾਂ ਦੀ ਵਰਾਇਟੀ ਹੈ ਮੈਂਗੋ ਦੀ ਜਿਹੜੀ ਸੀਡਲੈਸ ਹੈ। ਓਕੇ, ਦੈਟ ਇਜ਼ ਸਿੰਧੂ। ਨੈਕਸਟ ਰਤਨਾ ਕਾਹਦਾ ਕਰੋਸ ਹੈ? ਦੇਖੋ ਇੱਦਾਂ ਦੀ ਕੁਝ ਕਰੋਸਿੰਗ ਕਰਾਈ ਜਾਂਦੀ ਹੈ, ਦੋ ਕੋਈ ਇੱਦਾਂ ਦੀਆਂ ਵਰਾਇਟੀਆਂ ਦਾ ਕਰੋਸ ਕਰਾ ਕੇ ਆਪਾਂ ਇੱਕ ਵਰਾਇਟੀ ਤਿਆਰ ਕੀਤੀ ਜਾਂਦੀ, ਮਤਲਬ ਕੋਈ ਇੱਕ ਵਰਾਇਟੀ 'ਚ ਕੋਈ ਪ੍ਰੋਬਲਮ ਹੈ ਜਾਂ ਕੋਈ ਖਾਸੀਅਤ ਹੈ। ਜਿਵੇਂ ਅਲਫੋਂਸੋ ਹੈ, ਉਹਦੇ ਵਿੱਚ ਪ੍ਰੋਬਲਮ ਹੈ ਕਿ ਉਹ ਸਪੌਂਜੀ ਟਿਸ਼ੂਜ਼ ਜਿਹੜੀ ਉਹਨਾਂ ਦੇ ਵਿੱਚ ਡਿਸੀਜ਼ ਹੋ ਜਾਂਦੀ ਹੈ, ਸਪੌਂਜੀ ਟਿਸ਼ੂਜ਼ ਵਾਲੀ। ਉਹਨਾਂ ਦੇ ਵਿੱਚ ਮਤਲਬ ਫਰੂਟ ਦੇ ਵਿੱਚ ਕੀ ਹੁੰਦਾ ਸੀ ਕਿ ਸਪੌਂਜੀ ਟਿਸ਼ੂਜ਼ ਬਣ ਜਾਂਦੇ ਸੀ, ਜਿਹਦੇ ਨਾਲ ਫਰੂਟ ਦੀ ਕੁਆਲਿਟੀ ਘੱਟ ਜਾਂਦੀ ਸੀ ਅਤੇ ਵਿਕਦਾ ਨਹੀਂ ਸੀ ਅਲਫੋਂਸੋ ਦੀ। ਫਿਰ ਇਹਨਾਂ ਨੇ ਨੀਲਮ ਨਾਲ ਇਹਨੂੰ ਕਰੋਸ ਕਰਾਤਾ, ਠੀਕ ਹੈ। ਨੀਲਮ ਅੱਛੀ ਵਰਾਇਟੀ ਹੈ, ਇਹਦੇ ਵਿੱਚ ਮਤਲਬ ਇਹਦਾ ਇੱਕ ਸਾਲ 'ਚੋਂ 2 ਵਾਰੀ ਫਰੂਟਿੰਗ ਦਿੰਦੀ ਹੈ, ਠੀਕ ਹੈ। ਸਾਲ 'ਚ 2 ਵਾਰੀ ਕਰੋਪ ਨੀਲਮ ਦੀ ਲੈ ਸਕਦੇ ਹਾਂ ਆਪਾਂ। ਐਂਡ ਈਵਨ ਕਿ ਅੱਛੀ ਇਹਦੀ ਐਕਸਪੋਰਟੇਸ਼ਨ ਕੁਆਲਿਟੀ ਹੈ ਕਿ ਆਪਾਂ ਬਾਰ ਦੂਰ ਤੱਕ ਇਹਨੂੰ ਭੇਜ ਵੀ ਸਕਦੇ ਹਾਂ, ਐਕਸਪੋਰਟ ਵੀ ਕਰ ਸਕਦੇ ਹਾਂ। ਤਾਂ ਨੀਲਮ ਦੀ ਕੁਆਲਿਟੀ ਸੀ। ਇਹਨਾਂ ਨੇ ਕੀ ਕੀਤਾ, ਰਤਨਾ ਵਰਾਇਟੀ ਤਿਆਰ ਕਰ ਲਈ ਨੀਲਮ ਅਤੇ ਅਲਫੋਂਸੋ ਤੋਂ। ਇਹਨਾਂ ਦਾ ਕਰੋਸ ਕਰਾਇਆ 2 ਵਰਾਇਟੀਜ਼ ਦਾ, ਨੀਲਮ ਅਤੇ ਅਲਫੋਂਸੋ ਦਾ ਕਰੋਸ ਕਰਾ ਕੇ ਆਪਣਾ ਇਹਨਾਂ ਨੇ ਰਤਨਾ ਵਰਾਇਟੀ ਤਿਆਰ ਕਰਾ ਲਈ। ਤਾਂ ਇਹਨੇ ਮਤਲਬ ਇਹਨਾਂ ਨੂੰ ਕਰੋਸ ਕਰਕੇ ਕੀ ਮਿਲ ਗਿਆ ਆਪਾਂ ਨੂੰ, ਰਤਨਾ ਵਰਾਇਟੀ ਮਿਲ ਗਈ। ਜਿਹੜੀ ਰਤਨਾ ਵਰਾਇਟੀ ਹੈ ਇਹਦੇ ਵਿੱਚ ਸਪੌਂਜੀ ਟਿਸ਼ੂਜ਼ ਦੀ ਪ੍ਰੋਬਲਮ ਬਿਲਕੁਲ ਖਤਮ ਹੋ ਗਈ, ਜਿਹੜੀ ਵਰਾਇਟੀ ਤਿਆਰ ਹੋਈ ਸਪੌਂਜੀ ਟਿਸ਼ੂ ਦੀ ਪ੍ਰੋਬਲਮ ਨਹੀਂ ਆਈ। ਐਂਡ ਈਵਨ ਕਿ ਅੱਛੀ ਇਹਦੀ ਐਕਸਪੋਰਟ ਕੁਆਲਿਟੀ ਹੋਈ, ਬਾਹਰ ਦੂਰ ਵੀ ਭੇਜ ਸਕਦੇ ਹਾਂ ਆਪਾਂ ਇਹਨੂੰ, ਠੀਕ ਹੈ। ਤਾਂ ਰਤਨਾ ਵਰਾਇਟੀ ਤਿਆਰ ਕੀਤੀ ਗਈ ਕਰੋਸ ਕਾਹਦੇ, ਨੀਲਮ ਅਤੇ ਅਲਫੋਂਸੋ, ਜਿਹਦੇ ਵਿੱਚ ਸਪੌਂਜੀ ਟਿਸ਼ੂਜ਼ ਦੀ ਪ੍ਰੋਬਲਮ ਹੁਣ ਨਹੀਂ ਹੈ। ਸੋ ਦੈਟਸ ਇਟ ਗਾਈਜ਼, ਆਈ ਹੋਪ ਸਭ ਨੂੰ ਸੈਸ਼ਨ ਬਹੁਤ ਅੱਛਾ ਲੱਗਿਆ ਹੋਏਗਾ। ਤੁਸੀਂ ਹਰ ਕੁਐਸਚਨ ਨੂੰ ਪ੍ਰੋਪਰ ਤਰੀਕੇ ਨਾਲ ਰਿਮੈਂਬਰ ਕਰਨਾ, ਆਪਣੀ ਕਾਪੀ 'ਤੇ ਨੋਟ ਕਰ ਸਕਦੇ ਹੋ, ਤਾਂ ਕਿ ਜਿਹੜਾ ਐਗਜ਼ਾਮ ਦੇ ਨੇੜੇ ਤੁਸੀਂ ਹੈ ਉਹਨੂੰ ਪ੍ਰੋਪਰ ਗੋ ਥਰੂ ਕਰ ਲਓ। ਓਕੇ, ਸੋ ਦੈਟਸ ਇਟ, ਆਈ ਹੋਪ ਸਭ ਨੂੰ ਸੈਸ਼ਨ ਅੱਛਾ ਲੱਗਿਆ ਹੋਏਗਾ। ਯੂ ਗਾਈਜ਼ ਵੈਰੀ ਵੈਲ ਗੋਟ ਇਟ। ਆਵਰ ਵੈਬਸਾਈਟ ਦੈਟ ਇਜ਼ www.cbseexamguru.in 'ਤੇ ਵਿਜ਼ਿਟ ਕਰ ਸਕਦੇ ਹੋ। ਐਂਡ ਤੁਸੀਂ ਜਿਹੜਾ ਕੰਟੈਕਟ ਨੰਬਰ ਮੈਂਸ਼ਨ ਹੈ ਦੈਟ ਇਜ਼ 7814109600 'ਤੇ ਕੰਟੈਕਟ ਕਰਕੇ ਪ੍ਰੋਪਰ ਇਨਫੋਰਮੇਸ਼ਨ ਅਵੇਲ ਕਰ ਸਕਦੇ ਹੋ। That's it guys, thank you so much.